परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਬ੍ਰਦਰ ਹਰਮੇਲ ਸਿੰਘ ਦੀ ਆ, ਜੋ ਦੱਸਦੇ ਨੇ ਕਿ ਉਹਨਾਂ ਦੀ ਬੇਟੀ ਬਿੰਦੂ, ਜੋ ਕਿ ਹਾਂਗਕਾਂਗ ਦੇ ਵਿੱਚ ਰਹਿ ਰਹੇ ਹਨ, ਉਹਨਾਂ ਦੇ ਪੇਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਦਰਦ ਰਹਿੰਦਾ ਸੀ ਅਤੇ ਉਹਨਾਂ ਦੇ ਫਾਦਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪਰਮੇਸ਼ਰ ਨੇ ਉਹਨਾਂ ਦੇ ਵਿਸ਼ਵਾਸ ਨੂੰ ਦੇਖਿਆ ਅਤੇ ਸੱਚਮੁੱਚ ਉਹਨਾਂ ਦੀ ਬੇਟੀ ਨੂੰ ਇਸ ਦਰਦ ਤੋਂ ਬਿਲਕੁਲ ਆਜ਼ਾਦ ਕੀਤਾ। ਇਸ ਗਵਾਹੀ ਦੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਸਰਬਜੀਤ ਕੌਰ ਦੀ ਆ, ਜੋ ਕਿ 30 ਸਾਲ ਦੇ ਨੇ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਘਰ ਵਿੱਚ ਗਾਂ ਰੱਖੀ ਹੋਈ ਸੀ ਜੋ ਕਾਫੀ ਸਮੇਂ ਤੋਂ ਵਿਕ ਨਹੀਂ ਸੀ ਰਹੀ। ਸਿਸਟਰ ਨੇ ਵਰਤ ਦੇ ਸਮੇਂ ਦੇ ਵਿੱਚ ਖਾਸ ਤੌਰ 'ਤੇ ਆਪਣੀ ਗਾਂ ਨੂੰ ਵੇਚਣ ਦੇ ਲਈ ਦੁਆ ਕੀਤੀ। ਸਿਸਟਰ ਦੱਸਦੇ ਨੇ ਕਿ ਫਾਸਟਿੰਗ ਦੇ ਵਿੱਚ ਹੀ ਉਹਨਾਂ ਦੀ ਗਾਂ ਵਿਕ ਗਈ। ਦੂਸਰੀ ਗਵਾਹੀ ਸਿਸਟਰ ਦੀ ਆ ਕਿ ਉਹਨਾਂ ਦੇ ਹਸਬੈਂਡ ਦੇ ਪੇਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਦਰਦ ਰਹਿੰਦਾ ਸੀ। ਸਿਸਟਰ ਦੱਸਦੇ ਨੇ ਕਿ ਫਾਸਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਹਸਬੈਂਡ ਦੇ ਲਈ ਦੁਆ ਕੀਤੀ ਅਤੇ ਉਹਨਾਂ ਦੇ ਪੇਟ ਦਾ ਦਰਦ ਬਿਲਕੁਲ ਠੀਕ ਹੋ ਗਿਆ। ਦੂਸਰੀ ਗਵਾਹੀ ਹੈ ਸਿਸਟਰ ਦੀ ਕਿ ਉਹ ਕਹਿੰਦੇ ਨੇ ਕਿ ਉਹਨਾਂ ਦੇ ਹਸਬੈਂਡ ਨਾ ਤਾਂ ਪ੍ਰੇਅਰ ਕਰਦੇ ਸਨ, ਨਾ ਭਜਨ ਸੁਣਦੇ ਸਨ, ਨਾ ਹੀ ਉਹਨਾਂ ਨੂੰ ਸੁਣਨ ਦਿੰਦੇ ਸਨ। ਗੱਲ-ਗੱਲ 'ਤੇ ਬਹੁਤ ਜ਼ਿਆਦਾ ਘਬਰਾ ਜਾਂਦੇ ਸਨ, ਗੁੱਸੇ ਵਿੱਚ ਬੋਲਦੇ ਰਹਿੰਦੇ ਸਨ। ਸਿਸਟਰ ਦੱਸਦੇ ਨੇ ਕਿ ਪਰਮੇਸ਼ਰ ਨੇ ਫਾਸਟਿੰਗ ਦੇ ਸਮੇਂ ਦੇ ਵਿੱਚ ਉਹਨਾਂ ਦੇ ਸੁਭਾਅ ਨੂੰ ਇਸ ਕਦਰ ਬਦਲ ਦਿੱਤਾ ਕਿ ਹੁਣ ਉਹ ਬ੍ਰਦਰ ਪ੍ਰੇਅਰ ਵੀ ਕਰਦੇ ਹਨ, ਭਜਨ ਸੁਣਦੇ ਵੀ ਹਨ, ਪ੍ਰਾਰਥਨਾ ਵੀ ਕਰਦੇ ਰਹਿੰਦੇ ਹਨ ਅਤੇ ਉਹਨਾਂ ਦਾ ਮਨ ਵੀ ਬਿਲਕੁਲ ਸ਼ਾਂਤ ਆ। ਉਹ ਘਬਰਾਉਂਦੇ ਵੀ ਨਹੀਂ ਹਨ ਅਤੇ ਪਰਮੇਸ਼ਰ ਨੇ ਉਹਨਾਂ ਦੇ ਘਰ ਦੇ ਵਿੱਚ ਇਸ ਸੱਚੀ ਸ਼ਾਂਤੀ ਨੂੰ ਦਿੱਤਾ। ਔਰ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਰ ਦਾ ਮਿਲ ਕੇ ਦਿਲ ਤੋਂ ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਭੈਣ ਭਾਈ ਹੋਣਗੇ ਜੋ ਜਨਮ ਤੋਂ ਹੀ ਕ੍ਰਿਸਚਨ ਆ, ਜਿਨ੍ਹਾਂ ਦੇ ਮੰਮੀ ਪਾਪਾ ਕ੍ਰਿਸਚਨ ਸੀ, ਜਨਮ ਤੋਂ ਹੀ ਉਹਨਾਂ ਨੇ ਮਸੀਹਤ ਨੂੰ ਪਹਿਚਾਨਿਆ ਅਤੇ ਜਾਣਿਆ। ਪਰ ਬਹੁਤ ਸਾਰੇ ਅਜਿਹੇ ਆ ਜੋ ਕਾਫੀ ਥੋੜ੍ਹਾ ਸਮਾਂ ਹੋਇਆ ਆਇਆਂ ਨੂੰ, ਜਾਂ ਕੁਝ ਕੁ ਸਾਲ ਹੋਏ ਨੇ ਆਇਆਂ ਨੂੰ, ਤਾਂ ਉਹ ਗੱਲ-ਗੱਲ 'ਤੇ ਕਹਿੰਦੇ ਰਹਿੰਦੇ ਕਿ ਅਸੀਂ ਮਸੀਹ ਦੇ ਵਿੱਚ ਆ, ਮਸੀਹ ਸਾਡਾ ਆ, ਅਸੀਂ ਮਸੀਹ ਦੇ ਵਿੱਚ ਆ ਗਏ ਹਾਂ। ਪਰ ਇਹ ਗੱਲਾਂ ਕਹਿਣ ਦੇ ਬਾਅਦ ਵੀ ਨਾਲ ਉਹ ਇਹ ਵੀ ਗੱਲ ਕਹਿ ਰਹੇ ਨੇ ਕਿ ਸਾਡੇ ਕੰਮ ਨਹੀਂ ਬਣ ਰਹੇ, ਸਾਡੀਆਂ ਪ੍ਰੋਬਲਮਸ ਤੋਂ ਅਸੀਂ ਹਜੇ ਬਾਹਰ ਨਹੀਂ ਨਿਕਲ ਪਾ ਰਹੇ ਹਾਂ। ਅਸੀਂ ਜਿਸ ਵੀ ਕੰਮ ਦੇ ਲਈ ਜਾਂਦੇ ਹਾਂ ਉਹ ਸਾਡਾ ਕੰਮ ਹੁੰਦਾ ਕਿਉਂ ਨਹੀਂ ਹੈਗਾ, ਲੋਕ ਸਾਡੇ ਵਿਰੁੱਧ ਕਿਉਂ ਹੋ ਗਏ ਆ, ਸਾਡੇ ਸਰੀਰਾਂ ਤੋਂ ਰੋਗ ਬਿਮਾਰੀਆਂ ਕਿਉਂ ਨਹੀਂ ਜਾਂਦੀਆਂ। ਕਿਉਂਕਿ ਸਭ ਤੋਂ ਪਹਿਲਾ ਕਨਸੈਪਟ ਜਿਹੜਾ ਕਲੀਅਰ ਕਰਨ ਵਾਲਾ ਉਹ ਇਹ ਆ ਕਿ ਅਸੀਂ ਮਸੀਹ ਦੇ ਵਿੱਚ ਆਏ ਸੀ ਆਪਣੇ ਸਰੀਰਕ ਪਰੇਸ਼ਾਨੀਆਂ ਤੋਂ ਆਜ਼ਾਦੀ ਪਾਉਣ ਦੇ ਲਈ ਅਤੇ ਸੰਸਾਰਿਕ ਦੁੱਖਾਂ ਰੋਗਾਂ ਤੋਂ ਆਜ਼ਾਦ ਹੋਣ ਦੇ ਲਈ। ਕਿਉਂਕਿ ਮਸੀਹ ਦੇ ਵਿੱਚ ਆਉਣ ਦਾ ਇਹ ਮਕਸਦ, ਪਹਿਲੀ ਗੱਲ ਤਾਂ ਇਹ ਰਾਸਤਾ ਹੀ ਗਲਤ ਆ, ਪਰ ਸਾਰੇ ਆਏ ਇਸੇ ਰਾਹ ਤੋਂ ਆ, ਅਸੀਂ ਖੁਦ ਇਸੇ ਰਾਹ ਤੋਂ ਆਏ ਹਾਂ। ਸਾਨੂੰ ਵੀ ਹਜੇ 2 ਸਾਲ ਹੀ ਹੋਏ ਨੇ ਪਰਮੇਸ਼ਰ 'ਚ ਆਇਆਂ ਨੂੰ, ਤਾਂ ਅਸੀਂ ਖੁਦ ਇਸੇ ਰਾਹ ਤੋਂ ਆਏ ਹਾਂ। ਅਤੇ ਇਹ ਤਰੀਕਾ ਵੈਸੇ ਹੈ ਤਾਂ ਗਲਤ ਆ, ਪਰ ਇੱਕ ਗਲਤ ਰਾਹ ਤਾਂ ਨਹੀਂ ਅਸੀਂ ਵੜ ਗਏ, ਸਾਡੀ ਇੱਕ ਗਲਤੀ ਸੀ, ਪਰ ਉਸ ਤੋਂ ਬਾਅਦ ਵੀ ਅਸੀਂ ਉਸੇ ਗਲਤ ਰਾਹ ਦੇ ਉੱਤੇ ਚੱਲ ਰਹੇ ਹਾਂ। ਇਹ ਸਾਡੀ ਦੂਜੀ ਗਲਤੀ ਆ। ਸਾਡੀ ਗਲਤੀ ਕੀ ਆ ਕਿ ਅਸੀਂ ਮਸੀਹ ਦੇ ਵਿੱਚ ਦੁੱਖਾਂ, ਰੋਗਾਂ, ਪਰੇਸ਼ਾਨੀਆਂ, ਬਿਮਾਰੀਆਂ ਤੋਂ ਨਿਕਲਣ ਦੇ ਲਈ ਆਏ ਸੀ, ਪਰ ਜੇ ਅਸੀਂ ਮਸੀਹ ਦੇ ਵਿੱਚ ਆ ਕੇ ਵਚਨਾਂ ਨੂੰ ਪੜ੍ਹ ਸੁਣ ਕੇ ਵੀ ਇਹੀ ਗੱਲਾਂ ਕਰਨੀਆਂ ਕਿ ਅਸੀਂ ਦੁੱਖਾਂ 'ਚੋਂ ਕਿਉਂ ਨਹੀਂ ਬਾਹਰ ਨਿਕਲੇ, ਅਸੀਂ ਪਰੇਸ਼ਾਨੀਆਂ 'ਚੋਂ ਕਿਉਂ ਨਹੀਂ ਬਾਹਰ ਨਿਕਲੇ, ਤਾਂ ਉਹ ਸਾਡੀ ਗਲਤੀ ਆ। ਕਿਉਂਕਿ ਪਹਿਲਾਂ ਅਸੀਂ ਜਿੱਥੇ ਸੀ ਉਹ ਸਾਨੂੰ ਬੁੱਧ ਗਿਆਨ ਸਮਝ ਨਹੀਂ ਸੀ ਦਿੰਦੇ, ਨਾ ਸਾਨੂੰ ਕੁਝ ਸਮਝ ਆਉਂਦੀ ਸੀ, ਨਾ ਉਹ ਸਾਨੂੰ ਕੁਝ ਖੁੱਲ੍ਹ ਕੇ ਦੱਸਦੇ ਸੀ। ਬਸ ਅਸੀਂ ਗੂੰਗਿਆਂ ਬੋਲਿਆਂ ਵਾਂਗੂ ਬਹਿ ਕੇ ਆ ਜਾਂਦੇ ਸੀ। ਪਰ ਇਹ ਜਿਹੜਾ ਮਸੀਹ ਦਾ ਪਵਿੱਤਰ ਗ੍ਰੰਥ ਆ, ਪਵਿੱਤਰ ਆਤਮਾ ਦੀ ਪ੍ਰੇਰਣਾ ਆ, ਇਹ ਪੈਰ ਪੈਰ 'ਤੇ ਸਾਨੂੰ ਸਾਡੀਆਂ ਗਲਤੀਆਂ ਵੀ ਦੱਸਦੀ ਆ
ਗਲਤੀਆਂ ਨੂੰ ਸੁਧਾਰਨ ਦਾ ਤਰੀਕਾ ਵੀ ਦੱਸਦੀ ਆ, ਸਾਡੀਆਂ ਕਮੀਆਂ ਵੀ ਦੱਸਦੀ ਆ, ਔਰ ਉਹਨਾਂ ਕਮੀਆਂ ਤੋਂ ਬਾਹਰ ਨਿਕਲਣ ਦਾ ਤਰੀਕਾ ਵੀ ਦੱਸਦੀ ਆ। ਇਹਦਾ ਮਤਲਬ ਜੇ ਅਸੀਂ ਦੁੱਖਾਂ, ਪਰੇਸ਼ਾਨੀਆਂ, ਮੁਸੀਬਤਾਂ ਜੋ ਨਹੀਂ ਨਿਕਲ ਪਾ ਰਹੇ ਹਾਂ, ਇਹਦਾ ਮਤਲਬ ਅਸੀਂ ਪਵਿੱਤਰ ਗ੍ਰੰਥ ਨੂੰ ਸਮਝਿਆ ਹੀ ਨਹੀਂ। ਅਸੀਂ ਸਮਝਿਆ ਹੀ ਨਹੀਂ ਕਿ ਆਖਿਰ ਮਸੀਹ ਵਿੱਚ ਨਵਾਂ ਜੀਵਨ ਹੈ ਕੀ ਆ। ਅਸੀਂ ਕਹਿੰਦੇ ਆ ਨਾ ਕਿ ਸਾਡਾ ਮਸੀਹ ਦੇ ਵਿੱਚ ਨਵਾਂ ਜੀਵਨ ਹੋ ਗਿਆ, ਪਰ ਕੀ ਕੋਈ ਭੈਣ ਭਾਈ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਮੈਂ ਸਮਝ ਸਕਦਾ, ਮੈਂ ਦੱਸ ਸਕਦਾ ਹੋਰਨਾਂ ਨੂੰ ਵੀ ਕਿ ਮਸੀਹ ਦੇ ਵਿੱਚ ਨਵਾਂ ਜੀਵਨ ਕੀ ਆ? ਜਿਹੜੇ ਤਾਂ ਦੱਸ ਸਕਦੇ ਨੇ ਬਹੁਤ ਵਧੀਆ, ਪਰਮੇਸ਼ਰ ਨੇ ਤੁਹਾਨੂੰ ਬਰਕਤ ਦਿੱਤੀ, ਆਸ਼ੀਸ਼ ਦਿੱਤੀ ਆ। ਜਿਹੜੇ ਨਹੀਂ ਦੱਸ ਸਕਦੇ, ਅੱਜ ਉਹ ਇਹਨਾਂ ਵਚਨਾਂ ਨੂੰ ਲਿਖ ਲੈਣ, ਤਾਂ ਜੋ ਕੋਈ ਉਹਨਾਂ ਨੂੰ ਪੁੱਛੇ ਕਿ ਮਸੀਹ 'ਚ ਆਉਣ ਤੋਂ ਬਾਅਦ ਤੁਹਾਡੇ ਕੰਮ ਤਾਂ ਬਣੇ ਨਹੀਂ, ਮਸੀਹ ਦੇ ਵਿੱਚ ਆਉਣ ਤੋਂ ਬਾਅਦ ਤੁਹਾਡਾ ਕੁਝ ਤਾਂ ਹੋਇਆ ਨਹੀਂ, ਤਾਂ ਉਹ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਦੱਸ ਸਕਦੇ ਕਿ ਮਸੀਹ ਦਾ ਜੀਵਨ ਆਖਿਰ ਹੈ ਕੀ ਆ, ਅਤੇ ਉਹਨੇ ਸਾਨੂੰ ਕਿਵੇਂ ਬਦਲਿਆ, ਤੇ ਅਸੀਂ ਆਖਿਰ ਕਿਸ ਲਾਈਫ ਦੇ ਵਿੱਚ ਜੀ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਮਸੀਹ ਤੋਂ ਪਹਿਲਾਂ ਦਾ ਜੀਵਨ ਸਾਡਾ ਕੀ ਸੀ। ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ ਰੋਮੀਆਂ 5 ਦੀ 19 ਨੰਬਰ ਆਇਤ ਨੂੰ। ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ, ਤਿਵੇਂ ਵੀ ਇਸ ਇੱਕ ਹੀ ਆਗਿਆਕਾਰ ਦੇ ਕਾਰਨ ਵੀ ਬਹੁਤੇ ਧਰਮੀ ਠਹਿਰਾਏ ਜਾਣਗੇ। ਹਾਲੇਲੂਇਆ। ਸਭ ਤੋਂ ਪਹਿਲਾਂ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਕਿ ਜਦੋਂ ਅਸੀਂ ਮਸੀਹ ਦੇ ਵਿੱਚ ਨਹੀਂ ਸੀ, ਉਦੋਂ ਅਸੀਂ ਅਣਆਗਿਆਕਾਰੀ ਦੇ ਕਰਕੇ ਪਾਪ ਵਿੱਚ ਸੀ। ਅਣਆਗਿਆਕਾਰੀ ਕਿਹਨੇ ਕੀਤੀ? ਕਹਿੰਦਾ ਇੱਕ ਮਨੁੱਖ ਨੇ ਅਣਆਗਿਆਕਾਰੀ ਕੀਤੀ ਸੀ, ਔਰ ਉਹ ਸੀ ਹਵਾ। ਹਵਾ ਨੇ ਅਣਆਗਿਆਕਾਰੀ ਕੀਤੀ, ਉਹਨੇ ਆਪਣੇ ਪਤੀ ਨੂੰ ਵੀ ਉਹ ਫਲ ਖਾਣ ਨੂੰ ਦਿੱਤਾ, ਅਤੇ ਉਹ ਦੋਵੇਂ ਪਾਪ ਵਿੱਚ ਡਿੱਗ ਗਏ, ਜਿਹਦੇ ਕਰਕੇ ਸਾਰਾ ਸੰਸਾਰ ਪਾਪ 'ਚ ਡਿੱਗ ਗਿਆ। ਪਾਪ ਤੋਂ ਪੈਦਾ ਹੋਣ ਵਾਲਾ ਵੀ ਪਾਪੀ ਹੋਏਗਾ, ਔਰ ਇਹ ਗੱਲ ਅਸੀਂ ਪ੍ਰੂਫ ਕਰ ਦਿੱਤੀ, ਕਿਉਂਕਿ ਅਸੀਂ ਵੇਖਿਆ ਆਪਣੀ ਪੁਰਾਣੀ ਜ਼ਿੰਦਗੀ 'ਚ ਕਿ ਅਸੀਂ ਆਦਮ ਤੋਂ ਜੰਮੇ, ਆਦਮ ਤੋਂ ਨਿਕਲੇ, ਆਦਮ ਹਵਾ ਨੇ ਪਾਪ ਕੀਤਾ, ਅਤੇ ਅਸੀਂ ਵੀ ਪਾਪੀ ਹੀ ਹਾਂ। ਅਸੀਂ ਪਾਪੀ ਸੀ, ਪਰ ਮਾਫ਼ ਕਰਨਾ, ਅਸੀਂ ਹਜੇ ਵੀ ਪਾਪੀ ਹਾਂ, ਜਿਹਦੇ ਕਰਕੇ ਸਾਡੇ 'ਚੋਂ ਇਹ ਦੁੱਖ, ਮੁਸੀਬਤਾਂ, ਪਰੇਸ਼ਾਨੀਆਂ ਨਹੀਂ ਜਾ ਰਹੀਆਂ। ਕਹਿੰਦਾ ਜਦੋਂ ਤੁਸੀਂ ਆਦਮ ਦੇ ਸੀ ਤਾਂ ਤੁਸੀਂ ਅਣਆਗਿਆਕਾਰੀ ਦੇ ਪੁਤਲੇ ਸੀ, ਤੁਸੀਂ ਪਾਪ ਤੋਂ ਜੰਮੇ ਅਤੇ ਪਾਪੀ ਸੀ, ਪਰ ਹੁਣ ਤੁਸੀਂ ਮਸੀਹ 'ਚ ਆ ਗਏ ਆ। ਕਹਿੰਦਾ ਜਿਵੇਂ ਆਦਮ ਦੇ ਕਰਕੇ ਸਾਰੀ ਦੁਨੀਆ ਪਾਪੀ ਠਹਿਰੀ, ਹੁਣ ਮਸੀਹ ਦੇ ਕਰਕੇ ਸਾਰੀ ਦੁਨੀਆ ਧਰਮੀ ਠਹਿਰੇਗੀ। ਹਾਲੇਲੂਇਆ। ਪਰ ਕੀ ਸਿਰਫ ਮਸੀਹ ਦਾ ਨਾਮ ਆਪਣੇ ਨਾਮ ਦੇ ਪਿੱਛੇ ਲਾ ਲੈਣ ਦੇ ਨਾਲ ਅਸੀਂ ਧਰਮੀ ਠਹਿਰ ਗਏ ਹਾਂ? ਇਸ ਗੱਲ ਦਾ ਸਾਨੂੰ ਵੀ ਪਤਾ ਕਿ ਅਸੀਂ ਹਜੇ ਧਰਮੀ ਨਹੀਂ ਠਹਿਰੇ। ਬੇਸ਼ੱਕ ਅਸੀਂ ਸਾਲਾਂ ਤੋਂ ਮਸੀਹ ਦਾ ਨਾਮ ਇਸਤੇਮਾਲ ਕਰ ਰਹੇ ਹਾਂ, ਪਰ ਅਸੀਂ ਹਜੇ ਧਰਮੀ ਠਹਿਰੇ ਨਹੀਂ ਗਏ। ਕਿਉਂ ਨਹੀਂ ਠਹਿਰ ਪਾਏ ਅਸੀਂ ਧਰਮੀ? ਵਚਨ 'ਚੋਂ ਪੜਾਂਗੇ ਪਹਿਲਾ ਪਤਰਸ ਉਹਦੇ 1 ਨੰਬਰ ਅਧਿਆਇ ਦੀ 18 ਨੰਬਰ ਆਇਤ ਨੂੰ। ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਸੀਂ ਜੋ ਆਪਣੇ ਨਿਕੰਮੇ ਚਾਲ ਚਲਨ ਤੋਂ ਛੁਟਕਾਰਾ ਪਾਇਆ, ਜਿਹੜਾ ਤੁਹਾਡੇ ਵੱਡਿਆਂ ਤੋਂ ਚੱਲਿਆ ਆਉਂਦਾ ਸੀ, ਸੋ ਨਾਸ਼ਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ, ਸਗੋਂ ਮਸੀਹ ਦੇ ਬਹੁਮੁੱਲੇ ਲਹੂ ਨਾਲ ਪਾਇਆ, ਜਿਹੜਾ ਬੇਦਾਗ ਲੇਲੇ ਦੇ ਨਿਆਈ ਸੀ। ਹਾਲੇਲੂਇਆ। ਅਸੀਂ ਮਸੀਹ ਦੇ ਵਿੱਚ ਕਿੱਦਾਂ ਆਏ? ਪਹਿਲੀ ਗੱਲ ਤਾਂ ਬਹੁਤਿਆਂ ਦੇ ਮਨ ਦੇ ਇਹ ਵਹਿਮ ਆ ਕਿ ਅਸੀਂ ਕੋਈ ਚੰਗੇ ਕੰਮ ਕੀਤੇ ਸੀ ਕਿ ਪਰਮੇਸ਼ਰ ਨੇ ਸਾਨੂੰ ਚੁਣ ਲਿਆ। ਬੜਿਆਂ ਦੇ ਮਨ ਦੇ ਵਹਿਮ ਆ ਕਿ ਅਸੀਂ ਪਾਪ ਤੋਂ ਪਰੇ ਸੀ, ਲੋਕ ਸਾਡੇ ਨਾਲ ਵੈਰ ਰੱਖਦੇ ਸੀ, ਅਸੀਂ ਬੜੇ ਹੀ ਚੰਗੇ ਕੰਮ ਕੀਤੇ ਜਿਹਦੇ ਕਰਕੇ ਮਸੀਹ ਨੇ ਸਾਨੂੰ ਚੁਣ ਲਿਆ। ਪਰ ਮਸੀਹ ਆਪਣੇ ਮੂੰਹੋਂ ਇਹ ਗੱਲ ਕਹਿ ਰਿਹਾ ਕਿ ਮੈਂ ਪਾਪੀਆਂ ਦੇ ਲਈ ਆਇਆ, ਧਰਮੀਆਂ ਦੇ ਲਈ ਨਹੀਂ। ਮੈਂ ਪਾਪੀਆਂ ਨੂੰ ਸੱਦਣ ਆਇਆ, ਧਰਮੀਆਂ ਨੂੰ ਨਹੀਂ। ਮੈਂ ਪਾਪੀਆਂ ਨੂੰ ਲੱਭਣ, ਇਕੱਠਿਆਂ ਕਰਨ, ਸਾਫ਼ ਕਰਨ, ਸ਼ੁੱਧ ਕਰਨ, ਚੁਣਨ ਅਤੇ ਆਪਣਾ ਬਣਾਉਣ ਆਇਆ, ਧਰਮੀਆਂ ਨੂੰ ਨਹੀਂ। ਧਰਮੀਆਂ ਨੂੰ ਕਿਉਂ ਨਹੀਂ ਬਣਾਉਣ ਆਇਆ? ਕਿਉਂਕਿ ਧਰਮੀਆਂ ਨੇ ਤਾਂ ਪਹਿਲਾਂ ਹੀ ਉਹਨੂੰ ਚੁਣ ਲਿਆ। ਉਹ ਤਾਂ ਧਰਮੀ ਆ ਨਾ, ਜਿਹੜਾ ਧਰਮੀ ਉਹਨੇ ਤਾਂ ਪਰਮੇਸ਼ਰ ਨੂੰ ਚੁਣ ਹੀ ਲਿਆ। ਪਰ ਪਰਮੇਸ਼ਰ ਕਿਹਨੂੰ ਚੁਣਨ ਆਇਆ? ਪਾਪੀਆਂ ਨੂੰ, ਗੁਨੇਗਾਰਾਂ ਨੂੰ, ਅਣਆਗਿਆਕਾਰਾਂ ਨੂੰ, ਉਹਨਾਂ ਨੂੰ ਜਿਹੜੇ ਪਾਪ 'ਚੋਂ ਕਿਸੇ ਹੱਲੇ ਨਿਕਲ ਹੀ ਨਹੀਂ ਸਕਦੇ ਸਨ, ਉਹਨਾਂ ਨੂੰ ਚੁਣਨ ਆਇਆ। ਔਰ ਸਭ ਤੋਂ ਪਹਿਲਾ ਡਾਊਟ ਸਾਡਾ ਕਲੀਅਰ ਹੁੰਦਾ ਕਿ ਆਦਮ ਦੇ ਕਰਕੇ ਅਸੀਂ ਪਾਪ 'ਚ ਸੀ, ਪਾਪ 'ਚ ਸੀ, ਇਸ ਕਰਕੇ ਮਸੀਹ ਆਇਆ। ਅਸੀਂ ਪਾਪੀ ਸੀ, ਸਾਨੂੰ ਮਸੀਹ ਨੇ ਇਸ ਲਈ ਚੁਣਿਆ। ਕਹਿੰਦਾ ਤੁਹਾਡੇ ਚੰਗੇ ਕਰਮਾਂ ਨਾਲ ਨਹੀਂ, ਤੁਹਾਡੇ ਸੋਨੇ ਚਾਂਦੀ ਜਾਂ ਬਹੁਮੁੱਲੀਆਂ ਵਸਤਾਂ ਨਾਲ ਤੁਸੀਂ ਇਸ ਕਿਰਪਾ ਨੂੰ ਨਹੀਂ ਖਰੀਦਿਆ। ਮਸੀਹ ਦੀ ਕਿਰਪਾ ਤੁਹਾਡੇ 'ਤੇ ਮਸੀਹ ਦੀ ਵਜ੍ਹਾ ਕਰਕੇ ਹੋਈ ਆ, ਮਸੀਹ ਦੇ ਵਿਸ਼ਵਾਸ ਕਰਕੇ ਹੋਈ ਆ, ਮਸੀਹ ਦੇ ਮਕਸਦ ਕਰਕੇ ਹੋਈ ਆ ਕਿ ਉਹ ਪਾਪੀਆਂ ਲਈ ਆਇਆ। ਅਸੀਂ ਪਾਪੀ ਸੀ, ਜਿਹਦੇ ਕਰਕੇ ਮਸੀਹ ਨੇ ਸਾਨੂੰ ਚੁਣਿਆ। ਤੇ ਅਸੀਂ ਅੱਜ ਤੱਕ ਧਰਮੀ ਕਿਉਂ ਨਹੀਂ ਠਹਿਰ ਪਾ ਰਹੇ? ਕਿਉਂਕਿ ਸਾਡੇ ਜਿਹੜੇ ਅਸੀਂ ਜੋ ਲੋਕ ਆ ਨਾ, ਅਸੀਂ ਆਪਣੇ ਸਰੀਰ ਨੂੰ ਜਾਂ ਆਪਣੇ ਸ਼ਬਦਾਂ ਨੂੰ ਬਦਲਿਆ, ਪਰ ਸਾਡੀ ਆਤਮਾ ਨਹੀਂ ਬਦਲੀ।
ਸਾਨੂੰ ਇਹ ਲੱਗਦਾ ਕਿ ਜਿਹੜਾ ਮਸੀਹ ਜੀਵਨ ਆ ਨਾ ਉਹ ਸੁੱਖਾਂ ਵਾਲਾ ਜੀਵਨ ਆ। ਮਸੀਹ ਜੀਵਨ 'ਚ ਅਸੀਂ ਆ ਗਏ ਨਾ ਸਾਨੂੰ ਰੋਗ ਨਹੀਂ ਲੱਗਣੇ। ਮਸੀਹ ਜੀਵਨ 'ਚ ਆ ਗਏ ਸਾਡੇ ਗਰੀਬੀ ਦੇ ਬੰਧਨ ਟੁੱਟ ਜਾਣਗੇ। ਮਸੀਹ 'ਚ ਆ ਗਏ ਤਾਂ ਅਸੀਂ ਤਾਂ ਭਾਵੇਂ ਬੈਠੇ ਅਸਮਾਨ ਤੋਂ ਪੈਸਿਆਂ ਦਾ ਮੀਂਹ ਪਵਾ ਦਈਏ। ਪਰ ਜਿਹੜਾ ਆਤਮਿਕ ਮਸੀਹ ਆ, ਜਿਹੜਾ ਮਸੀਹ ਦੇ ਲਹੂ ਦੇ ਵਹਾਏ ਜਾਣ ਦਾ ਮੁੱਲ ਜਾਣਦਾ ਆ, ਉਹ ਜਾਣਦਾ ਕਿ ਮਸੀਹ ਦੀ ਜ਼ਿੰਦਗੀ ਦੁੱਖਾਂ ਵਾਲੀ ਜ਼ਿੰਦਗੀ ਆ। ਮਸੀਹ ਦੇ ਰਾਹ ਕੰਡਿਆਂ ਵਾਲੇ ਰਾਹ ਆ। ਮਸੀਹ ਦੀ ਲਾਈਫ ਠੋਕਰਾਂ ਵਾਲੀ, ਬਦਨਾਮੀ ਵਾਲੀ, ਤੌਮਤਾਂ ਵਾਲੀ, ਦਾਗਾਂ ਵਾਲੀ ਅਤੇ ਸਜ਼ਾ ਵਾਲੀ ਆ। ਅਤੇ ਜਿਹੜਾ ਇਸ ਜ਼ਿੰਦਗੀ ਲਈ ਤਿਆਰ ਹੋਵੇਗਾ ਉਸ ਜਾਣੇਗਾ ਕਿ ਮੈਂ ਸੱਚਮੁੱਚ ਮਸੀਹ ਦੇ ਵਿੱਚ ਆਇਆ ਆ। ਪਰ ਜਿਹੜਾ ਮਸੀਹ 'ਚ ਆ ਕੇ ਵੀ ਸੁੱਖ ਭਾਲਦਾ ਆ, ਇਹਦਾ ਮਤਲਬ ਹਜੇ ਉਹਨੇ ਆਪਣੇ ਪੁਰਾਣੇ ਪਾਪ ਨੂੰ ਛੱਡਿਆ ਨਹੀਂ। ਕਿਉਂਕਿ ਆਦਮ ਤੇ ਹਵਾ ਬੇਸ਼ੱਕ ਬੜੀ ਸੋਹਣੀ ਜਗ੍ਹਾ ਤੇ ਰਹਿ ਰਹੇ ਸੀ, ਉਹਦੇ ਨਾਲੋਂ ਮੈਂ ਕਹਿੰਦੀ ਵਧੀਆ ਕੋਈ ਜਗ੍ਹਾ ਇਸ ਸੰਸਾਰ ਤੇ ਹੈ ਹੀ ਨਹੀਂ। ਪਰ ਉਹਨਾਂ ਨੇ ਕੀ ਸੋਚਿਆ ਕਿ ਸ਼ਾਇਦ ਪਰਮੇਸ਼ਰ ਨੇ ਸਾਡੇ ਤੋਂ ਕੁਝ ਲੁਕੋ ਕੇ ਰੱਖਿਆ ਵੀ ਅਸੀਂ ਉਹ ਵੀ ਲੱਭ ਲਈਏ, ਕਿਤੇ ਕਿਤੇ ਸਾਤੋਂ ਵਾਂਝਾ ਨਾ ਰਹਿ ਜੇ। ਉਸੇ ਤਰ੍ਹਾਂ ਅਸੀਂ ਵੀ ਕੀ ਕਰਦੇ ਹਾਂ ਕਿ ਹੋਰ ਸਾਰੇ ਬਾਬੇ ਭੂਤਾਂ ਚੜੇਲਾਂ ਚੇਲਿਆਂ ਦੇ ਸਭ ਦੇ ਘੁੰਮ ਫਿਰ ਕੇ ਦੇਖ ਲਿਆ, ਸਾਰੇ ਮੰਦਿਰਾਂ ਮਸੀਤਾਂ ਤੇ ਮੱਥਾ ਟੇਕ ਕੇ ਦੇਖ ਲਿਆ, ਕੁਛ ਖਜ਼ਾਨਾ ਮਿਲਿਆ ਨਹੀਂ। ਹੁਣ ਮਸੀਹ ਦੇ ਚਿਰਾਗ ਰਗੜ ਕੇ ਦੇਖਦੇ ਹਾਂ, ਸ਼ਾਇਦ ਇਹਦੇ ਵਿੱਚੋਂ ਕੋਈ ਜਿੰਨ ਨਿਕਲੇ ਤੇ ਸਾਨੂੰ ਮਾਲਾ ਮਾਲ ਕਰ ਦਵੇ, ਦੁੱਖਾਂ ਚੋਂ ਬਾਹਰ ਕੱਢ ਦਵੇ। ਪਰ ਇੱਥੇ ਹੀ ਅਸੀਂ ਠੋਕਰ ਖਾਂਦੇ ਹਾਂ ਕਿ ਅਸੀਂ ਮਸੀਹ ਦੇ ਵਿੱਚ ਆਰਾਮ ਲੱਭਣ ਆਏ ਹਾਂ, ਪਰ ਮਸੀਹ ਸਾਨੂੰ ਬੇਆਰਾਮ ਕਰਨ ਆਇਆ। ਕਹਿੰਦਾ ਸੋਵੋ ਨਾ, ਜਾਗਦੇ ਰਹੋ ਤਾਂ ਜੋ ਤੁਸੀਂ ਪਰਤਿਆਵੇ ਵਿੱਚ ਨਾ ਪਾਓ। ਉਹ ਸਾਨੂੰ ਮਿੱਠੀ ਨੀਂਦ ਦੇਣ ਨਹੀਂ ਆਇਆ। ਕਹਿੰਦਾ ਮੈਂ ਮੇਲ ਮਿਲਾਪ ਕਰਾਉਣ ਨਹੀਂ, ਪਰ ਮੈਂ ਤਾਂ ਤਲਵਾਰ ਚਲਾਉਣ ਆਇਆ ਆ। ਮਸੀਹ ਸਾਨੂੰ ਇਕੱਠਿਆਂ ਕਰਨ ਨਹੀਂ ਆਇਆ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮਸੀਹ ਸੰਸਾਰ 'ਚ ਲੜਾਈ ਪਾਉਣ ਆਇਆ। ਪਰਮੇਸ਼ਰ ਦਾ ਆਤਮਾ ਕਹਿੰਦਾ ਕਿ ਜਿਹਦੇ ਕੰਨ ਹੋਣ ਉਹ ਸੁਣੇ ਕਿ ਆਤਮਾ ਕਲੀਸਿਆ ਨੂੰ ਕੀ ਆਖਦਾ। ਅੱਜ ਦਾ ਇਹ ਮੈਸੇਜ ਜੋ ਆਤਮਾ ਦੇ ਦੁਆਰਾ ਆ, ਸੱਚਮੁੱਚ ਜਿਹਦੇ ਕੰਨ ਹੋਣਗੇ ਉਹ ਸਮਝ ਪਾਏਗਾ ਕਿ ਅੱਜ ਆਤਮਾ ਕਲੀਸਿਆ ਨੂੰ ਕੀ ਕਹਿ ਰਿਹਾ, ਕਿ ਮਸੀਹ ਦੇ ਵਿੱਚ ਨਵਾਂ ਜੀਵਨ ਹੈ ਕੀ ਆ। ਕਹਿੰਦਾ ਪਹਿਲੀ ਗੱਲ ਤੁਸੀਂ ਪਾਪ 'ਚ ਸੀ, ਮੈਂ ਤੁਹਾਨੂੰ ਪਾਪ 'ਚੋਂ ਕੱਢਿਆ। ਦੂਜੀ ਗੱਲ ਇੱਕ ਇਨਸਾਨ ਦੇ ਕਰਕੇ ਪਾਪ ਆਇਆ, ਦੂਜੇ ਇਨਸਾਨ ਕਰਕੇ ਧਰਮ ਆਇਆ। ਤੁਸੀਂ ਉਸ ਦੂਜੇ ਇਨਸਾਨ ਦੀ ਖੁਸ਼ੀ ਦੇ ਨਾਲ ਚੁਣੇ ਗਏ, ਉਹਨੇ ਤੁਹਾਨੂੰ ਚੁਣ ਲਿਆ, ਤੁਹਾਨੂੰ ਅਲੱਗ ਕਰ ਲਿਆ। ਤੁਹਾਡੇ ਮਨ ਦਾ ਵਹਿਮ ਆ ਅਸੀਂ ਚੰਗੇ ਕੰਮ ਕੀਤੇ, ਅਸੀਂ ਸੋਨੇ ਚਾਂਦੀ ਪੈਸਿਆਂ ਦੇ ਨਾਲ ਪਰਮੇਸ਼ਰ ਨੂੰ ਖਰੀਦ ਲਿਆ। ਇਹ ਤੁਹਾਡਾ ਵਹਿਮ ਆ। ਤੁਸੀਂ ਦਾਨਾਂ ਦਸ਼ਵਾਂਦਾਂ ਨਾਲ ਪਰਮੇਸ਼ਰ ਨੂੰ ਲੁੱਟ ਨਹੀਂ ਸਕਦੇ। ਤੁਸੀਂ ਆਪਣੇ ਸਿਰਫ ਦਾਨਾਂ ਦਸ਼ਵਾਂਦਾਂ 'ਚ ਵਫਾਦਾਰ ਹੋ ਕੇ ਆਪਣੀ ਕਿਰਪਾ ਨੂੰ ਖਰੀਦ ਨਹੀਂ ਸਕਦੇ, ਕਿਉਂਕਿ ਪਰਮੇਸ਼ਰ ਵਪਾਰ ਕਰਨ ਦੇ ਲਈ ਨਹੀਂ ਨਿਕਲਿਆ। ਪਰਮੇਸ਼ਰ ਆਸ਼ੀਸ਼ਾਂ ਨੂੰ ਵੇਚਣ ਦੇ ਲਈ ਨਹੀਂ ਨਿਕਲਿਆ ਸੀ ਕਿ ਅਸੀਂ ਕਹੀਏ ਵੀ ਅਸੀਂ ਬੀਜਦੇ ਹਾਂ ਹਰ ਰੋਜ਼ ਤੇ ਸਾਡਾ ਵਰੁੱਖ ਉਗਰੇਗਾ ਤੇ ਉਹਦੇ ਤੇ ਡਾਲਰ ਲੱਗਣਗੇ। ਅਸੀਂ ਦਸ਼ਵਾਂਦ ਕੱਢ ਰਹੇ ਹਾਂ ਤੇ ਸਾਡਾ ਪਰਮੇਸ਼ਰ ਸਾਡੇ ਘਰੇ ਇਹੋ ਜਿਹਾ ਖੂਹ ਪੱਟੇਗਾ ਵੀ ਉਹ 'ਚੋਂ ਅਸੀਂ ਪੈਸੇ ਕੱਢੀ ਜਾਵਾਂਗੇ ਤੇ ਨਿਕਲੀ ਜਾਣਗੇ। ਪਰਮੇਸ਼ਰ ਸਾਨੂੰ ਆਰਾਮ, ਸੁੱਖ, ਸ਼ਾਂਤੀ ਦੇਣ ਨਹੀਂ ਆਇਆ। ਉਹ ਦੇਵੇਗਾ ਉਹ ਸ਼ਾਂਤੀ, ਉਹ ਸੁੱਖ, ਉਹ ਆਰਾਮ ਜਿਹੜਾ ਆਤਮਾ ਦਾ ਆਰਾਮ ਆ। ਪਰ ਅਸੀਂ ਸਰੀਰਾਂ 'ਚ ਆਰਾਮ ਭਾਲਦੇ ਹਾਂ, ਸਰੀਰਾਂ ਦੇ ਚੜਾਵੇ ਚੜਾ ਕੇ ਸਰੀਰਕ ਆਰਾਮ ਭਾਲਦੇ ਹਾਂ, ਜੋ ਸਾਡੀ ਸਭ ਤੋਂ ਵੱਡੀ ਗਲਤੀ ਆ, ਜਿਹਦੇ ਕਰਕੇ ਅਸੀਂ ਮਸੀਹ ਜੀਵਨ ਨੂੰ ਮਿਸ ਅੰਡਰਸਟੈਂਡ ਕਰ ਰਹੇ ਹਾਂ। ਅਸੀਂ ਕੀ ਕਰ ਰਹੇ ਹਾਂ? ਮਿਸਗਾਈਡ ਹੋ ਰਹੇ ਹਾਂ, ਆਪਣੇ ਮਕਸਦ ਤੋਂ ਭਟਕ ਰਹੇ ਹਾਂ। ਸਾਨੂੰ ਨਹੀਂ ਸਮਝ ਆ ਰਹੀ ਕਿ ਅਸੀਂ ਮਸੀਹ ਦੇ ਵਿੱਚ ਕਿਉਂ ਆਏ ਅਤੇ ਆਖਿਰ ਸਾਨੂੰ ਮਸੀਹ 'ਚ ਆ ਕੇ ਕੀ ਨਹੀਂ ਕਰਨਾ ਚਾਹੀਦਾ। ਅਸੀਂ ਮਸੀਹ 'ਚ ਆ ਗਏ ਇਹ ਸਾਨੂੰ ਲੱਗਦਾ, ਪਰ ਪਰਮੇਸ਼ਰ ਕਹਿੰਦਾ ਤੁਸੀਂ ਮੈਨੂੰ ਨਹੀਂ, ਮੈਂ ਤੁਹਾਨੂੰ ਚੁਣਿਆ। ਪਰਮੇਸ਼ਰ ਨੇ ਸਾਨੂੰ ਕਿੰਨਾ ਕੰਮਾਂ ਲਈ ਚੁਣਿਆ ਸੀ ਕਿ ਤੁਸੀਂ ਆਦਮ ਦੇ ਕਰਕੇ ਪਾਪ 'ਚ ਸੀ ਤੇ ਤੁਸੀਂ ਆਦਮ ਨੂੰ ਵੇਖਿਆ ਤੇ ਉਹੀ ਕੁਛ ਕੀਤਾ। ਹੁਣ ਤੁਸੀਂ ਆਦਮ ਤੋਂ ਨਹੀਂ ਜੰਮੇ ਜਦੋਂ ਅਸੀਂ ਬਪਤਿਸਮਾ ਨਹੀਂ ਸੀ ਲਿਆ। ਹੁਣ ਬਹੁਤ ਸਾਰੇ ਕਹਿਣਗੇ ਸਾਡਾ ਹਜੇ ਵੀ ਬਪਤਿਸਮਾ ਨਹੀਂ ਹੋਇਆ, ਪਰ ਮਸੀਹ ਦੇ ਦੁਆਰਾ ਜੰਮਣ ਦੇ ਲਈ ਆਤਮਾ ਦਾ ਬਪਤਿਸਮਾ ਹੀ ਬਹੁਤ ਆ। ਕਹਿੰਦਾ ਮੂੰਹ ਤੋਂ ਇਕਰਾਰ ਕਰ, ਤੇਰਾ ਮਨ ਮੰਨੇ, ਤੇਰੀ ਜ਼ੁਬਾਨ ਮੰਨੇ ਕਿ ਮੈਂ ਮਸੀਹ ਦਾ ਤੇ ਮਸੀਹ ਮੇਰਾ ਆ, ਉਸੇ ਵੇਲੇ ਤੇਰਾ ਬਪਤਿਸਮਾ ਹੋ ਚੁੱਕਾ ਆ। ਹਾਲੇਲੂਇਆ। ਕਿ ਮਸੀਹ ਦੇ ਵਿੱਚ ਸਰੀਰਕ ਬਪਤਿਸਮਾ ਨਹੀਂ ਆ। ਵਚਨ ਸਾਨੂੰ ਦੱਸਦਾ ਆਦਮ ਤੋਂ ਤੁਸੀਂ ਵੇਖਿਆ ਪਾਪ ਕਰਨਾ ਤੇ ਤੁਸੀਂ ਪਾਪ ਕੀਤੇ, ਤੁਸੀਂ ਪਾਪ 'ਚ ਡਿੱਗ ਗਏ। ਮਸੀਹ ਆਇਆ, ਮਸੀਹ ਨੇ ਤੁਹਾਨੂੰ ਧੋਤਾ, ਸ਼ੁੱਧ ਕੀਤਾ। ਪਾਣੀ ਦਾ ਬਪਤਿਸਮਾ ਜਿਨ੍ਹਾਂ ਨੇ ਲਿਆ ਠੀਕ ਆ, ਜਿਨ੍ਹਾਂ ਨੇ ਆਤਮਾ ਦਾ ਬਪਤਿਸਮਾ ਲਿਆ ਕਿ ਮਸੀਹ ਮੇਰਾ ਬਾਪ ਤੇ ਮੈਂ ਉਹਦੀ ਸੰਤਾਨ ਆ, ਉਹਨਾਂ ਨੇ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ। ਤੇ ਜੇ ਨਵੀਂ ਇਨਸਾਨੀਅਤ ਨੂੰ ਅਸੀਂ ਪਹਿਨ ਕੇ ਵੀ ਪੁਰਾਣੇ ਕੰਮ ਕੀਤੇ, ਕਿਹੜੇ ਕੰਮ ਕੀਤੇ? ਵਚਨ 'ਚੋਂ ਅਸੀਂ ਪੜਾਂਗੇ ਪਹਿਲਾ ਕੁਰਿੰਥੀਓ ਦੇ 6 ਨੰਬਰ ਅਧਿਆਇ ਦੀ 9 ਨੰਬਰ ਆਇਤ ਨੂੰ। ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਧੋਖਾ ਨਾ ਖਾਓ, ਹਰਾਮਕਾਰੀ, ਨਾ ਮੂਰਤੀ ਪੂਜਾ, ਨਾ ਵਿਭਚਾਰੀ, ਨਾ ਜਨਾਨੜੇ, ਨਾ ਹੀ ਮੁੰਡੇਬਾਜ਼। ਹਾਲੇਲੂਇਆ।
परमेश्वर की कहता कि मैं थानू आदम दे पाप तो रिहा करके आदम दे लहू तो थानू माफ़ करके अपने लहू दे नाल धो के शुद्ध कीता ते तुसी की कर रहे हो? की कर रहे हो तुसी? हजे भी आदम दे राह ते चल रहे हो, हजे भी धोखेबाजियां कर रहे हो, हजे भी हरामकारियां कर रहे हो, हजे भी मूर्ति पूजा, हजे भी व्यभिचार चर्चां दे विच जाके साडे अफेयर चल रहे ने, हजे भी जनानड़े हो, हजे भी मुंडेबाज हो, हजे भी सड़कां ते खड़दे हो, हजे भी तुहानू आस रहिंदी है भी किसे पासों कोई चोरी, किसे पासों कोई ठगी, किसे पासों कोई वैर खट लईए। की नाम फिर उस मसीह दे नाम दा की मतलब? की फायदा उहदे दाग लवाए दा? की फायदा नवें जीवन का? कि असी इहनूं नवां जीवन कह सकते हैं? फिर असी परमेश्वर नूं सवाल उठाने कि प्रभु साडा भला क्यों नहीं होया? प्रभु हजे रोग क्यों नहीं गए? परमेश्वर हजे मैनूं आत्मा क्यों अगवाई नहीं करता? आखिर मेरी दुआ सुनी क्यों नहीं जाती? कि असी हकदार हैगे उहनूं सवाल पुछण दे? कि जिद्दे परमेश्वर ने सानूं सवाल पुछया भी तू उस राह दे उत्ते आखिर की लैन खड़ा सी? आखिर तू उस कुड़ी दे पिछे क्यों जा रहा सी? अगर कुड़ियां नूं परमेश्वर पूछे भी तेरे कपड़े दिनों दिन छोटे ते तेरी सोच दिनों दिन घिनौनी क्यों हुंदी जा रही आ, तेरे फैशन वाधे जा रहे आ पर तू आत्मा दे वल्लों घटदी जा रही आ। परमेश्वर फैशन तो नहीं रोकदा, पर प्रभु कहंदा ਜਿਹੜੇ ਕੰਮ ਔਰਤਾਂ ਨੂੰ ਕਰਨੇ ਅਯੋਗ ਆ ਉਹ ਨਾ ਕਰੋ, ਕਿਉਂਕਿ ਇਹਦੇ ਨਾਲ ਤੁਹਾਡੀ ਮਸੀਹਤ, ਤੁਹਾਡੀ ਆਤਮਿਕ ਜੀਵਨ ਤੇ ਪ੍ਰਭਾਵ ਪੈਂਦਾ ਔਰ ਸਰੀਰਕ ਤੇ ਵੀ। ਜਿਹੜੇ ਕੰਮ ਪਰਮੇਸ਼ਰ ਵੱਲੋਂ ਘਿਨਾਉਣੇ ਆ ਉਹ ਸਾਨੂੰ ਛੱਡਣੇ ਹੀ ਪੈਣੇ ਆ। ਅਸੀਂ ਵਾਰ-ਵਾਰ ਐਗਜ਼ਾਮਪਲ ਦੇ ਦੁਆਰਾ ਸਮਝਦੇ ਆ। ਅਗਰ ਇੱਕ ਬਾਪ ਉਹਦਾ ਬੇਟਾ ਆ, ਅਗਰ ਇੱਕ ਬਾਪ ਕਹਿੰਦਾ ਵੀ ਤੂੰ ਸ਼ਾਮੀ 8 ਵਜੇ ਤੋਂ ਬਾਅਦ ਘਰੋਂ ਨਹੀਂ ਜਾਣਾ ਕਿਉਂਕਿ ਮੈਂ ਤੇਰਾ ਬਾਪ ਤੈਨੂੰ ਹੁਕਮ ਦਿੰਦਾ, ਅਤੇ ਜੇ ਉਹਦਾ ਬੇਟਾ ਉਹਦੀ ਆਗਿਆ ਤੋਂ ਬਾਹਰ ਜਾਂਦਾ ਤੇ ਉਹਨੂੰ ਕੀ ਕਹਿੰਦਾ ਕਿ ਮੈਂ ਤੈਨੂੰ ਆਪਣੀ ਸਾਰੀ ਜ਼ਮੀਨ ਜਾਇਦਾਦ ਵਿੱਚੋਂ ਬੇਦਖਲ ਕਰ ਦੇਵਾਂਗਾ, ਤਾਂ ਉਸ ਬੱਚੇ ਨੂੰ ਆਪਣੇ ਬਾਪ ਦੀ ਗੱਲ ਮੰਨਣੀ ਪੈਂਦੀ ਆ। क्यों? क्योंकि उस बाप ने उन्होंने जन्म दिता, जन्म तो उन्होंने पालिया पोसिया, हथ फड़ के उन्होंने चलना सिखाया, उसकी जिंदगी के हर सफल राह दे विच चलण दे लई उन्होंने हर तरह की मदद सहायता दी। उस बाप का अधिकार है कि उन्होंने रोके, तो उस बच्चे का हक है कि अपने बाप की आग्ञा का पालन करे। असी कहने आ भी मसीह साडा बाप आ, असी कहने आ भी असी मसीह की संतान आ, पर की असी अपने बाप की आग्ञाकारी कीती? ਜਦੋਂ ਸਾਡੇ ਬੱਚੇ ਗੱਲ ਨਹੀਂ ਮੰਨਦੇ ਅਸੀਂ ਝੱਟ ਦੇ ਨੇ ਪਾਸਟਰ ਨੂੰ, ਝੱਟ ਦੇ ਨੇ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਦੇ ਆ ਕਿ ਬ੍ਰਦਰ ਸਿਸਟਰ ਸਾਡੇ ਬੱਚੇ ਗੱਲ ਨਹੀਂ ਮੰਨਦੇ, ਤੇ ਕੀ ਸਾਨੂੰ ਇਸ ਗੱਲ ਦੀ ਉਦੋਂ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਕਿ ਸਾਡੇ ਬਾਪ ਦੀ ਅਸੀਂ ਕਿੰਨੀ ਕੁ ਗੱਲ ਮੰਨੀ ਆ? ਮਸੀਹ ਸਾਨੂੰ ਜੋ ਗੱਲਾਂ ਕਹਿੰਦਾ ਅਸੀਂ ਉਹਦੀ ਕਿੰਨੀ ਕੁ ਗੱਲ ਮੰਨੀ, ਜੋ ਅੱਜ ਅਸੀਂ ਆਪਣੇ ਬੱਚੇ ਤੋਂ ਪਰੇਸ਼ਾਨ ਹੋ ਕੇ ਇਹ ਗੱਲ ਕਹਿ ਰਹੇ ਹਾਂ ਬਈ ਉਹ ਸਾਡੀ ਗੱਲ ਨਹੀਂ ਮੰਨ ਰਿਹਾ। हर कोई इंसान अपने गुनाह छुपाने दे विच माहिर होंदा जा रहा, पर वो ये नहीं जान रहा कि वो आपदी पिठ पिछे बोझ इकट्ठा करी जांदा। जिन्ने पाप जिन्नियां गलतियां गुनाह से अपने पिछे छुपाउण दी कोशिश करते हैं ना, साडे पिछे एक पिट्ठू लगा जिहड़ा भरी जांदा, ते जिद्दे वो भर गया तो ऐसा उछलेगा ना कि साडा सिर पैर सब तां हो जाएगा ते अकल सारी पुट्ठी वज जाएगी। इस करके चलाकी दे नाल नहीं, मसीह दे विच चलाकी नहीं चलेगी। ये ना सोचो कि मसीह उदों ही वेंदा जदों असीं चर्च जाने आ, या मसीह उदों ही वेंदा जदों साडी मुट्ठी बंद करके असीं उच्चा हत्थ कर लैने भी लै प्रभु आ देख मेरा भी हत्थ उच्चा आ। मसीह उदों नहीं वेंदा जदों तुसीं गुप्त च दुआवां करदे, मसीह उदों वेंदा जदों तुसीं दुनिया दी अखां तो चोरी करके पाप करदे आ, ते जदों दुनिया दे विच बह जांदे उदों की कहने जी असीं तां मसीही आ। लानत आ साडे अजिहे मसीह होण ते, लानत आ साडे इस शब्द दे उत्ते कि असीं मसीही हाँ। मसीह होने का मतलब भी नहीं सानू पता, तो असीं अपने परमेश्वर के नाम नू कलंकित कर रहे हैं कि असीं मसीही हाँ। सानू परमेश्वर ने आदम तो छुड़ाया ते उस पापी आदम दे बाप धीआं पुत्तर होने तो हटा के उन्हें सानू पवित्र परमेश्वर दे धीआं पुत्तर बना दिता। लानत आ साडे उत्ते कि असीं पवित्र परमेश्वर दे नाम नू भी कलंकित कर रहे हैं। कादे पिछे? आशीषां पिछे। कादे पिछे? छुटकारे पिछे। कादे पिछे? अपने पापां नूं छुपाउण दे लई प्रभु दा नाम इस्तेमाल कर रहे हैं। जे असीं तां मसीह दे बच्चे हां ते जे मसीह शांत आ ते असीं भी ओहो ਜਿਹੇ हां। जे तुसीं मसीह नूं जाणिआ तां समझो असीं भी मसीह वर्गे हां। असीं मसीह दे हजे वाल वर्गे भी नहीं हां। मसीह दे वाल भी प्रभु की महिमा करते होणगे, ते असीं अपने शब्दां दे नाल भी नहीं करते। असीं पाप करते हैं, झूठे हाँ, विपता दे विच पए हां, जे भी नहीं निकल पा रहे हैं ना विपता चों, हैगे आ ना हर कोई। इदां दे मैसेजेस मैनूं कई वार आउंदे कि सिस्टर असीं इन्ने दुखी हैं कि साडा सुसाइड करन नूं दिल करदा, सिस्टर असीं इदां बर्बाद होए पए, साडे घरां 'च कुछ खड़दा नहीं। इदां दे मैसेजेस कि जिन्होंने सुन के मैनूं घबराहट होण लग जांदी कि परमेश्वर की सच्ची लोग इन्ने दुखी आ।
ਤੇ ਦੁਖੀ ਕਿਉਂ ਆ। ਜਦੋਂ ਪੁੱਛੀਏ ਜੀ ਅਸੀਂ ਪ੍ਰਾਰਥਨਾ ਕਿੰਨਾ ਟਾਈਮ ਕਰਦੇ ਆ, ਸਿਸਟਰ ਪ੍ਰਾਰਥਨਾ ਹੁੰਦੀ ਨਹੀਂ ਜੀ, ਸਾਨੂੰ ਨੀਂਦ ਆ ਜਾਂਦੀ ਆ। ਸਿਸਟਰ ਪ੍ਰਾਰਥਨਾ ਹੁੰਦੀ ਨਹੀਂ, ਜਦੋਂ ਮੈਂ ਪ੍ਰਾਰਥਨਾ ਕਰਦੀ ਮੈਨੂੰ ਬੇਚੈਨੀ ਹੁੰਦੀ ਆ। ਕਦੇ ਤੁਸੀਂ ਸਿਸਟਰ ਨੂੰ ਪੁੱਛਿਆ ਕਿ ਜਦੋਂ ਸਿਸਟਰ ਤੁਸੀਂ ਪ੍ਰਾਰਥਨਾ ਕਰਦੇ ਤੁਹਾਨੂੰ ਕਿਵੇਂ ਹੁੰਦਾ। ਮੈਨੂੰ ਕਦੇ ਇੱਧਰੋਂ ਭੁਲੇਖਾ ਪੈਂਦਾ ਵੀ ਇੱਧਰੋਂ ਦੀ ਕੋਈ ਲੰਘ ਗਿਆ, ਕੋਈ ਇੱਧਰੋਂ ਦੀ ਲੰਘ ਗਿਆ। ਜਦੋਂ ਮੈਂ ਅੱਖਾਂ ਬੰਦ ਕਰਦੀ ਮੈਨੂੰ ਇਹ ਲੱਗਦਾ ਮੇਰੇ ਮੂੰਹ ਦੇ ਨੇੜੇ ਕੋਈ ਵੱਡੀਆਂ ਵੱਡੀਆਂ ਅੱਖਾਂ ਖੋਲ੍ਹ ਕੇ ਮੈਨੂੰ ਵੇਖ ਰਿਹਾ ਆ। ਰੁਕਾਵਟ ਹਰ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਆਉਂਦੀ ਆ, ਪਰ ਪਰਮੇਸ਼ਰ ਕਹਿੰਦਾ ਧੰਨ ਉਹ ਇਨਸਾਨ ਆ ਜਿਹੜਾ ਪਰਤਿਆਵੇ ਨੂੰ ਸਹਿ ਲੈਂਦਾ ਆ, ਜਿਹੜਾ ਮੁਸ਼ਕਿਲਾਂ ਮੁਸੀਬਤਾਂ 'ਚੋਂ ਨਿਕਲ ਜਾਂਦਾ ਆ, ਜਿਹੜਾ ਪਰੇਸ਼ਾਨੀਆਂ ਨੂੰ ਪਾਰ ਕਰੇਗਾ, ਜਿਹੜਾ ਮੁਸੀਬਤਾਂ ਦੇ ਪਹਾੜ ਨੂੰ ਟੱਪ ਕੇ ਮੇਰੇ ਕੋਲੇ ਆਏਗਾ ਨਾ, ਜਿਹੜਾ ਆਪਣੇ ਦੁੱਖਾਂ ਦੀ ਸਲੀਬ ਚੱਕ ਕੇ ਮੇਰੇ ਪਿੱਛੇ ਆਏਗਾ, ਉਹੀ ਫਲ ਪ੍ਰਾਪਤ ਕਰੇਗਾ। ਹਾਲੇਲੂਇਆ। ਇਸ ਲਈ ਅਸੀਂ ਮਸੀਹ ਦੇ ਵਿੱਚ ਆ ਗਏ ਹਾਂ ਤਾਂ ਸਿਰਫ ਸ਼ਬਦ ਨਹੀਂ ਬਦਲਣਾ ਸੀ ਕਿ ਸਤਿ ਸ੍ਰੀ ਅਕਾਲ ਤੋਂ ਅਸੀਂ ਜੈ ਮਸੀਹ ਤੇ ਆ ਗਏ ਹਾਂ, ਜੈ ਮਾਤਾ ਦੀ ਤੋਂ ਅਸੀਂ ਜੈ ਮਸੀਹ ਤੇ ਆ ਗਏ ਹਾਂ, ਜਾਂ ਫਿਰ ਅਸੀਂ ਆਉਂਦੇ ਜਾਂਦੇ ਵਾਹਿਗੁਰੂ ਕਰਦੇ ਸੀ ਤਾਂ ਹੁਣ ਅਸੀਂ ਜੈ ਮਸੀਹ ਤੇ ਆ ਗਏ ਹਾਂ। ਅਸੀਂ ਸਿਰਫ ਸ਼ਬਦ ਨਹੀਂ ਬਦਲਨੇ ਆਪਣੇ, ਅਸੀਂ ਆਪਣਾ ਜੀਵਨ ਬਦਲਣਾ ਆ। ਕਿਹੜਾ ਜੀਵਨ ਸਾਡਾ ਹੋਣਾ ਚਾਹੀਦਾ ਮਸੀਹ ਦੇ ਵਿੱਚ। ਵਚਨ 'ਚੋਂ ਅਸੀਂ ਪੜਾਂਗੇ ਅਫਸੀਆਂ 4:23 ਤੋਂ ਲੈ ਕੇ 26 ਨੰਬਰ ਆਇਤ ਤੱਕ। ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ਰ ਦੇ ਅਨੁਸਾਰ ਸੱਚਾਈ ਤੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ। ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਆਪਣੇ ਗੁਆਂਢੀ ਨਾਲ ਸੱਚ ਬੋਲੋ, ਕਿਉਂ ਜੋ ਅਸੀਂ ਇੱਕ ਦੂਜੇ ਦੇ ਅੰਗ ਹਾਂ। ਤੁਸੀਂ ਗੁੱਸੇ ਨਾ ਹੋਵੋ ਪਰ ਪਾਪ ਨਾ ਕਰੋ। ਸੂਰਜ ਦੇ ਡੁੱਬਣ ਤੱਕ ਤੁਹਾਡਾ ਕ੍ਰੋਧ ਬਣਿਆ ਨਾ ਰਹੇ। ਹਾਲੇਲੂਇਆ। ਕੀ ਹੁਣ ਇਸ ਵਚਨ ਨੂੰ ਸੁਣ ਕੇ ਸਾਨੂੰ ਕੁਝ ਸਮਝ ਆਇਆ ਕਿ ਸਾਡੀ ਕੀ ਕਮੀ ਹੈ, ਸਾਡੀ ਦੁਆ ਸੁਣੀ ਕਿਉਂ ਨਹੀਂ ਗਈ, ਸਾਡੇ ਘਰੋਂ ਪ੍ਰੋਬਲਮਸ ਜਾ ਕਿਉਂ ਨਹੀਂ ਰਹੀਆਂ। ਆਖਿਰ ਮਸੀਹ ਜੀਵਨ ਹੈ ਕੀ ਆ, ਇਹ ਵਚਨ ਸਾਨੂੰ ਦੱਸਦਾ। ਸਭ ਤੋਂ ਪਹਿਲੇ ਵਚਨ 'ਚ ਉਹਨੇ ਕੀ ਦੱਸਿਆ ਕਿ ਆਪਣੇ ਮਨ ਦੇ ਸੁਭਾਅ ਦੇ ਵਿੱਚ ਨਵੇਂ ਬਣੋ। ਹਾਲੇਲੂਇਆ। ਪਹਿਲਾਂ ਅਸੀਂ ਦੇਵੀ ਦੇਵਤਿਆਂ ਅੱਗੇ ਸੁੱਖਣਾ ਸੁੱਖਦੇ ਸੀ, ਚੜਾਵੇ ਚੜਾਉਂਦੇ ਸੀ ਕਿ ਬਾਬਾ ਜੀ ਇੰਨੇ ਲੱਡੂ ਚੜਾਵਾਂਗੇ ਤੇ ਆਹ ਕੰਮ ਬਣ ਜੇ, ਤਾਂ ਅਸੀਂ ਚੜਾ ਦਿੰਦੇ ਸੀ ਕਿਉਂਕਿ ਅਸੀਂ ਲਾਲਚ ਨੂੰ ਜਾਂਦੇ ਸੀ। ਪਰ ਮਸੀਹ ਦੇ ਵਿੱਚ ਲਾਲਚ ਨਹੀਂ ਆ। ਮਸੀਹ ਸਾਨੂੰ ਸੰਸਾਰ ਤੋਂ ਅੱਡ ਕਰ ਚੁੱਕਿਆ, ਹੁਣ ਅਸੀਂ ਸੰਸਾਰ ਦੇ ਨਹੀਂ ਆ। ਇਹ ਗੱਲ ਮੈਂ ਵਾਰ-ਵਾਰ ਤੇ ਪਤਾ ਨਹੀਂ ਕਿੰਨੇ ਹੀ ਵਾਰ ਕਹੀ ਆ ਕਿ ਅਸੀਂ ਸੰਸਾਰ ਦੇ ਨਹੀਂ ਆ। ਅਸੀਂ ਮਸੀਹ ਤੋਂ ਸੰਸਾਰ ਨੂੰ ਨਹੀਂ ਮੰਗਣਾ, ਸੰਸਾਰ ਪਹਿਲਾਂ ਹੀ ਸਾਡਾ ਆ। ਅਸੀਂ ਮਸੀਹ ਦੇ ਵਿੱਚ ਆਏ ਆ ਤੇ ਅਸੀਂ ਆਪਣੇ ਸ਼ਬਦ ਨਹੀਂ ਬਦਲਨੇ। ਸਿਰਫ ਅਸੀਂ ਇਹ ਨਹੀਂ ਬਦਲਣਾ ਕਿ ਪਹਿਲਾਂ ਅਸੀਂ ਕਹਿੰਦੇ ਸੀਗੇ ਵੀ ਅਸੀਂ ਭਾਈ ਗੁਰਦੁਆਰੇ ਨਾਲ ਜੁੜੇ, ਅਸੀਂ ਮਾਤਾ ਨਾਲ ਜੁੜੇ, ਅਸੀਂ ਫਲਾਣੀ ਮਾਤਾ ਦੇ ਜਾਂਦੇ, ਅਸੀਂ ਸ਼ਿਵ ਜੀ ਦੇ ਜਾਂਦੇ, ਅਸੀਂ ਉੱਥੇ ਜਾਂਦੇ ਹਾਂ ਤੇ ਅਸੀਂ ਸਨਾਤਨ ਆ, ਅਸੀਂ ਕੀ ਆ, ਅਸੀਂ ਕੁਛ ਵੀ ਆ। ਉਦੋਂ ਇਹ ਸੀ ਤੇ ਹੁਣ ਅਸੀਂ ਕਹਿਣ ਲੱਗੇ ਹਾਂਜੀ ਜੈ ਮਸੀਹ ਦੀ ਜੀ, ਬਹੁਤ ਸਾਰੇ ਜੈ ਯੀਸ਼ੂ ਦੀ ਕਹਿੰਦੇ ਆ। ਤਾਂ ਕੀ ਸਿਰਫ ਅਸੀਂ ਸ਼ਬਦ ਬਦਲੇ, ਆਪਣੇ ਬੋਲਣ ਦਾ ਤਰੀਕਾ ਬਦਲਿਆ, ਬਾਕੀ ਦਾ ਸਾਡਾ ਜੀਵਨ ਕਿਵੇਂ ਆ ਉਹੀ ਆ। ਰਾਹ 'ਚ ਕੁੜੀ ਜਾ ਰਹੀ ਆ, ਦੋ ਭੈਣਾਂ ਗੱਲਾਂ ਕਰਨ ਲੱਗ ਜਾਂਦੀਆਂ, ਉਹਨੂੰ ਵੇਖ ਕੇ ਵੀ ਇਹਦਾ ਚੱਕਰ ਹੈ ਉਹਦੇ ਨਾਲ, ਇਹਨੂੰ ਮੈਂ ਉਹਦੇ ਨਾਲ ਦੇਖਿਆ ਸੀ। ਦੋ ਮੁੰਡੇ ਜਾ ਰਹੇ ਆ, ਦੋ ਭਾਈ ਬੈਠੇ, ਇਹ ਫਲਾਣੇ ਦਾ ਮੁੰਡਾ ਆ, ਇਹ ਨਸ਼ੇ ਕਰਦਾ, ਕੱਲ੍ਹ ਮੈਨੂੰ ਠੇਕੇ 'ਤੇ ਖੜਿਆ ਵੇਖਿਆ। ਅਸੀਂ ਕੀ ਲੈਣਾ ਕਿਸੇ ਦੀ ਜ਼ਿੰਦਗੀ 'ਚੋਂ, ਕੀ ਲੈਣਾ ਕੀ ਅਸੀਂ ਕਿਸੇ 'ਤੇ ਦੋਸ਼ ਲਾਉਣਾ ਆ। ਪਰਮੇਸ਼ਰ ਕਹਿੰਦਾ ਦੋਸ਼ ਨਾ ਲਾ ਕਿਉਂਕਿ ਤੇਰੇ 'ਤੇ ਵੀ ਲਗਾਇਆ ਜਾਵੇਗਾ। ਅੱਜ ਤੂੰ ਕਿਸੇ ਹੋਰ ਦੇ ਬੇਟੇ ਨੂੰ ਦੇਖ ਰਿਹਾ ਜਾਂ ਦੇਖ ਰਹੀ ਆ, ਹੋ ਸਕਦਾ ਜਿੱਥੇ ਤੇਰਾ ਬੱਚਾ ਉਹਨੂੰ ਵੀ ਕੋਈ ਦੇਖ ਰਿਹਾ ਹੋਵੇ। ਅੱਜ ਤੂੰ ਕਿਸੇ ਦੀ ਧੀ ਭੈਣ 'ਤੇ ਮਾੜੀ ਨਿਗਾਹ ਰੱਖ ਰਿਹਾ, ਜਿੱਥੇ ਤੇਰੀ ਭੈਣ ਪੜ੍ਹਨ ਗਈ ਆ ਮੁੰਡੇ ਉੱਥੇ ਵੀ ਰਹਿੰਦੇ ਆ। ਅੱਜ ਕੋਈ ਭੈਣ ਕਿਸੇ ਦੇ ਭਰਾ ਦੇ ਬਾਰੇ ਗਲਤ ਅਫਵਾਹਾਂ ਫੈਲਾ ਰਹੀ ਆ, ਜਿੱਥੇ ਉਹਦਾ ਭਰਾ ਬੈਠਾ ਆ ਨਾ, ਲਾਨਤ ਉਹਦੇ 'ਤੇ ਵੀ ਲੱਗ ਸਕਦੀ ਆ। ਅਸੀਂ ਸੰਸਾਰਿਕ ਚਾਲ ਵਰਗੇ ਨਹੀਂ ਬਣਨਾ। ਅਸੀਂ ਕਿਸੇ ਦੇ ਕੱਪੜੇ, ਕਿਸੇ ਦਾ ਸੁਭਾਅ, ਕਿਸੇ ਦੀ ਜ਼ਿੰਦਗੀ ਦੇ ਉੱਤੇ ਮੈਂਸ਼ਨ ਨਹੀਂ ਕਰਨਾ ਕਿ ਉਹ ਬੰਦਾ ਕੀ ਕਰ ਰਿਹਾ। ਕਿਸੇ ਦੇ ਉੱਤੇ ਅਸੀਂ ਟਾਂਚ ਨਹੀਂ ਕਰਨੀ। ਸਾਡਾ ਇਹ ਕੰਮ ਨਹੀਂ ਆ ਸਾਡਾ ਇਹ ਕੰਮ। ਅਸੀਂ ਮਸੀਹੀ ਲੋਕ ਆ, ਅਸੀਂ ਮਸੀਹੀ ਲੋਕ ਆ। ਮਸੀਹੀ ਲੋਕ ਦਾ ਮਤਲਬ ਕਿ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਨਵੇਂ ਹੋ ਗਏ ਹਾਂ। ਹੁਣ ਨਵੇਂ ਕਾਹਦੇ 'ਚ ਹੋ ਗਏ ਹਾਂ ਕਿ ਪਰਮੇਸ਼ਰ ਨੇ ਸਾਡਾ ਨੱਕ ਲਾ ਕੇ ਮੱਥੇ 'ਤੇ ਨਹੀਂ ਲਾ ਦਿੱਤਾ, ਜਾਂ ਸਾਡੀਆਂ ਅੱਖਾਂ ਲਾ ਕੇ ਅੱਗੇ ਪਿੱਛੇ ਨਹੀਂ ਲਾ ਦਿੱਤੀਆਂ ਵੀ ਹੁਣ ਤੁਸੀਂ ਚਾਰੇ ਪਾਸੋਂ ਦੇਖੋਗੇ। ਮਸੀਹ ਨੇ ਸਾਡਾ ਨਵਾਂ ਕੀ ਕੀਤਾ, ਕੋਈ ਸਾਨੂੰ ਧਰਤੀ ਤੋਂ ਚੱਕ ਕੇ ਚੰਦ 'ਤੇ ਨਹੀਂ ਬਾ ਦਿੱਤਾ ਕਿ ਹੁਣ ਤੁਸੀਂ ਚੰਦ 'ਤੇ ਰਹੋਗੇ ਤੇ ਪਾਪੀ ਲੋਕ ਧਰਤੀ 'ਤੇ ਰਹਿਣਗੇ। ਮਸੀਹ ਨੇ ਸਾਡਾ ਕੀ ਬਦਲਿਆ, ਸੁਭਾਅ ਬਦਲਿਆ, ਜੀਵਨ ਬਦਲਿਆ ਆ। ਆਦਮ ਜਿੱਦਾਂ ਦਾ ਦਿਖਦਾ ਸੀ ਨਾ, ਜਿੱਦਾਂ ਦਾ ਢਾਂਚਾ ਸਰੀਰ ਦਾ ਆਦਮ ਦਾ ਸੀ, ਮਸੀਹ ਦਾ ਵੀ ਉੱਦਾਂ ਦਾ ਹੀ ਸੀ। ਜਿੱਦਾਂ ਆਦਮ ਧਰਤੀ 'ਤੇ ਆਇਆ, ਉਹ ਲੋਕਾਂ ਵਿੱਚ ਰਿਹਾ, ਉਹਨੇ ਹੱਥੀਂ ਮਿਹਨਤ ਕੀਤੀ, ਮਸੀਹ ਨੇ ਵੀ ਉਹੀ ਕੀਤੀ। ਪਰ ਆਦਮ ਅਤੇ ਮਸੀਹ ਦੇ ਸੁਭਾਅ ਦੇ ਵਿੱਚ ਅਤੇ ਸੋਚ ਦੇ ਵਿੱਚ ਜੋ ਫਰਕ ਸੀ, ਸਾਡੇ ਮਸੀਹ ਲੋਕਾਂ ਦੇ ਸੁਭਾਅ ਅਤੇ ਸੋਚ ਨੂੰ ਬਦਲਣ ਦੀ ਜ਼ਰੂਰਤ ਆ।
ਅਸੀਂ ਆਪਣੇ ਸੁਭਾਅ ਨੂੰ, ਆਪਣੇ ਸੋਚ ਨੂੰ ਬਦਲੀਏ ਤਾਂ ਜੋ ਪਤਾ ਲੱਗੇ ਕਿ ਅਸੀਂ ਮਸੀਹੀ ਹਾਂ। ਹਾਲੇਲੂਇਆ। ਨਵੀਂ ਇਨਸਾਨੀਅਤ ਨੂੰ ਪਹਿਨਣਾ, ਵਚਨ ਸਾਨੂੰ ਦੱਸਦਾ ਨਵੀਂ ਇਨਸਾਨੀਅਤ ਨੂੰ ਪਹਿਨ ਲਓ। ਉਹ ਨਵੀਂ ਇਨਸਾਨੀਅਤ ਕੀ ਆ ਕਿ ਜੇ ਸਾਡੇ ਕੋਲੋਂ ਕੋਈ ਦੁਖੀ ਜਾ ਰਿਹਾ, ਅਸੀਂ ਉਹਨੂੰ ਵੇਖ ਕੇ ਇਹ ਨਾ ਕਹੀਏ ਹਾਏ ਵਿਚਾਰਾ ਕਿੰਨਾ ਦੁਖੀ ਆ ਤੇ ਇਹ ਕਹਿ ਕੇ ਬਸ ਛੱਡ ਦਈਏ। ਅਸੀਂ ਉਸੇ ਵੇਲੇ ਦੁਆ ਕਰੀਏ ਕਿ ਇਹ ਪਰਮੇਸ਼ਰ, ਮੈਂ ਨਹੀਂ ਜਾਣਦਾ ਇਸ ਭੈਣ, ਇਸ ਭਾਈ ਦਾ ਕੀ ਨਾਮ ਆ, ਪਰ ਖੁਦਾਵੰਦ ਇਹਦਾ ਦੁੱਖ ਮੇਰੇ ਤੋਂ ਨਹੀਂ ਵੇਖਿਆ ਜਾ ਰਿਹਾ, ਇਹਦੀ ਮਦਦ ਕਰ, ਆਪਣੇ ਆਤਮਾ ਦੀ ਅਗਵਾਈ ਭੇਜ ਤੇ ਇਹਨੂੰ ਚੰਗਾ ਕਰ। ਭਾਵੇਂ ਅਸੀਂ ਉੱਚੀ ਨਾ ਬੋਲੀਏ, ਸਾਡੇ ਮਨ 'ਚੋਂ ਉਸ ਬੰਦੇ ਲਈ ਦੁਆ ਨਿਕਲੇ। ਕਿਸੇ ਨੂੰ ਪੈਸਾ ਦੇਣ ਨਾਲੋਂ ਵੱਡੀ ਮਦਦ ਹੁੰਦੀ ਉਹਦੇ ਲਈ ਦੁਆ ਕਰਨੀ, ਕਿਉਂਕਿ ਪੈਸਾ ਖਤਮ ਹੋ ਜਾਏਗਾ ਪਰ ਦੁਆ ਦਾ ਅਸਰ ਜ਼ਿੰਦਗੀ ਭਰ ਰਹੇਗਾ। ਹਾਲੇਲੂਇਆ। ਇਹ ਹੁੰਦੀ ਨਵੀਂ ਇਨਸਾਨੀਅਤ। ਪਹਿਲਾਂ ਅਸੀਂ ਜ਼ਰੂਰਤਮੰਦ ਨੂੰ ਦੇਖ ਕੇ ਰਾਹ ਬਦਲ ਲੈਂਦੇ ਸੀ, ਹੁਣ ਅਸੀਂ ਜ਼ਰੂਰਤਮੰਦ ਦੇ ਲਈ ਖੜੀਏ ਤੇ ਦੁਆ ਕਰੀਏ। ਜੇ ਸਾਡੇ ਕੋਲੇ, ਅਸੀਂ ਜਾਣਦੇ ਕਿ ਜਿੱਦਾਂ ਪਤਰਸ ਮੰਦਰ 'ਚ ਜਾ ਰਿਹਾ ਸੀ ਤਾਂ ਉਹਦੇ ਕੋਲੇ ਦੇਣ ਦੇ ਲਈ ਕੁਛ ਨਹੀਂ ਸੀ। ਉਹਨੇ ਭਿਖਾਰੀ ਨੂੰ ਕੀ ਕਿਹਾ ਕਿ ਮੇਰੇ ਕੋਲੇ ਤੈਨੂੰ ਦੇਣ ਦੇ ਲਈ ਕੋਈ ਧਨ ਦੌਲਤ ਨਹੀਂ ਆ, ਪਰ ਮੈਂ ਮਸੀਹ ਦੇ ਨਾਮ ਦੇ ਵਿੱਚ ਤੈਨੂੰ ਚੰਗਾ ਕਰਦਾ ਆ। ਤੇ ਉਹਦੀ ਦੁਆ ਨੇ ਉਹਨੂੰ ਚੰਗਾ ਕੀਤਾ, ਉਹ ਚੰਗਾ ਹੋ ਗਿਆ। ਤੂੰ ਭਾਵੇਂ ਕਰੋੜਪਤੀ ਬਣ ਜੇ ਆਪਣੇ ਹੱਥਾਂ ਨਾਲ ਮਿਹਨਤ ਕਰਕੇ। ਅਗਰ ਤੁਸੀਂ 10 ਰੁਪਏ ਦੇ ਦਿਓ ਤੇ ਉਹਦੇ ਨਾਲ ਤਾਂ ਉਹਦੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਆਉਂਦੀ। ਅੱਜ ਕੱਲ੍ਹ ਤਾਂ ਰੋਟੀ ਵੀ 10 ਰੁਪਏ ਦੀਆਂ 2 ਵੀ ਨਹੀਂ ਆਉਂਦੀਆਂ ਹੋਣੀਆਂ। ਤਾਂ ਕੀ ਅਸੀਂ ਪੈਸੇ ਦੇਣ ਨਾਲੋਂ ਵੱਡੀ ਹੈਲਪ ਦੁਆ ਦੀ ਨਹੀਂ ਕਰ ਸਕਦੇ? ਕਿ ਇਹ ਮਸੀਹ ਵਿੱਚ ਨਵਾਂ ਜੀਵਨ ਨਹੀਂ ਆ ਕਿ ਪਹਿਲਾਂ ਅਸੀਂ ਜਿਹੜਾ ਕੰਮ ਪੈਸਿਆਂ ਨਾਲ ਕਰਦੇ ਸੀ ਉਹ ਅੱਜ ਕੰਮ ਦੁਆਵਾਂ ਨਾਲ ਕਰ ਰਹੇ ਹਾਂ। ਪੈਸਿਆਂ ਦਾ ਕੰਮ ਥੋੜ੍ਹੇ ਸਮੇਂ ਦਾ ਸੀ, ਦੁਆ ਦਾ ਕੰਮ ਲੰਬੇ ਸਮੇਂ ਦਾ ਆ। ਨਵੀਂ ਇਨਸਾਨੀਅਤ ਨੂੰ ਪਹਿਨੋ, ਨਵਾਂ ਸੁਭਾਅ, ਨਵੀਂ ਸੋਚ, ਨਵਾਂ ਚਾਲ ਚੱਲਣ ਰੱਖੋ। ਇੱਕ ਦਾ ਜਵਾਬ ਜਿੱਥੇ 4 ਦਿੰਦੇ ਸੀ ਉੱਥੇ ਇੱਕ ਦੇ ਬਦਲੇ ਸਮਾਈਲ ਦੇ ਦਿਓ ਕਿ ਠੀਕ ਆ ਪ੍ਰਭੂ ਤੁਹਾਨੂੰ ਬਰਕਤ ਦੇਵੇ। ਇਹ ਕੰਮ ਕਰਨਾ ਬਹੁਤ ਔਖਾ ਆ ਪਰ ਕਰਨਾ ਪਏਗਾ ਕਿਉਂਕਿ ਅਸੀਂ ਮਸੀਹ ਵਿੱਚ ਹਾਂ। ਅਸੀਂ ਖੁਦ ਹੀ ਇਹ ਚੀਜ਼ ਨੂੰ ਅਸੈਪਟ ਕੀਤਾ ਨਾ ਕਿ ਅਸੀਂ ਮਸੀਹ ਦੇ ਵਿੱਚ ਹਾਂ, ਪਰ ਕੀ ਅਸੀਂ ਮਹਿਸੂਸ ਕਰਦੇ ਕਿ ਮਸੀਹ ਸਾਡੇ ਵਿੱਚ ਆ? ਜਦੋਂ ਮਸੀਹ ਨੂੰ ਕਰੂਸ ਤੇ ਚੜੇ ਨੂੰ ਲੋਕ ਕਹਿੰਦੇ ਸੀਗੇ ਤੂੰ ਆਪਣੇ ਆਪ ਨੂੰ ਬਚਾ ਨਹੀਂ ਪਾਇਆ, ਚੱਲ ਤੂੰ ਆਵਾਜ਼ ਦੇ ਤੇਰੇ ਪਿਤਾ ਨੂੰ ਤੈਨੂੰ ਚੰਗਾ ਕਰੇ, ਕਹਿ ਤੂੰ ਉਹਨੂੰ ਤੈਨੂੰ ਕਰੂਸ ਤੋਂ ਲਾਵੇ। ਤਾਂ ਉਹਨੇ ਕੀ ਕਿਹਾ ਸੀ ਕਿ ਹੇ ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਂ ਜੋ ਇਹ ਨਹੀਂ ਜਾਣਦੇ ਕਿ ਕੀ ਕਰ ਰਹੇ ਆ। ਇਸ ਲਈ ਅਸੀਂ ਵੀ ਇਹੀ ਕਹਿਣਾ ਕਿ ਖੁਦਾ ਮਾਫ਼ ਕਰ ਜੋ ਸਾਡੇ ਵਿਰੋਧੀ ਨੇ, ਮਾਫ਼ ਕਰ ਪਰਮੇਸ਼ਰ ਜੋ ਤੇਰੇ ਨਾਮ ਦੇ ਵਿਰੋਧੀ ਨੇ। ਖੁਦਾਵੰਦ ਮਾਫ਼ ਕਰ ਇਹਨਾਂ ਨੂੰ ਜੋ ਪਾਪ 'ਚ ਪਏ ਨੇ ਪਰਮੇਸ਼ਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਆ। ਹਾਲੇਲੂਇਆ। ਇਹ ਆ ਨਵੀਂ ਇਨਸਾਨੀਅਤ, ਇਹ ਅਸਲੀ ਨਹੀਂ ਨਵਾਂ ਅਤੇ ਮਸੀਹੀ ਜੀਵਨ। ਕਈ ਵਾਰੀ ਮੈਨੂੰ ਵੀ ਫੋਨ ਕਾਲ ਤੇ ਕਈ ਲੋਕ ਬੜਾ ਅਜੀਬ ਜੀ ਗੱਲ ਕਹਿ ਜਾਂਦੇ ਔਰ ਮੈਨੂੰ ਇੱਕਦਮ ਇਹ ਲੱਗਦਾ ਕਿ ਯਾਰ ਮੈਨੂੰ ਕਿੱਦਾਂ ਕਹਿ ਦਿੱਤਾ, ਇਹ ਚੀਜ਼ ਮੈਨੂੰ ਸਹੀ ਜੀ ਨਹੀਂ ਲੱਗੀ। ਪਰ ਮੈਂ ਇੱਕ ਸਮੇਂ ਲਈ ਤਾਂ ਥੋੜ੍ਹੇ ਜਿਹੇ ਸੈਕਿੰਡ ਲਈ ਤਾਂ ਘਬਰਾ ਜਾਂਦੀ, ਪਰ ਮੈਂ ਫਿਰ ਕਹਿੰਦੀ ਪਰਮੇਸ਼ਰ ਮਾਫ਼ ਕਰ, ਸਮਝ ਬੁੱਧ ਦੇ, ਕਿਉਂਕਿ ਇਹ ਨਹੀਂ ਜਾਣਦੇ ਕਿ ਕੀ ਕਹਿ ਰਹੇ ਆ। ਉਸੇ ਤਰ੍ਹਾਂ ਕਹਿੰਦਾ ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਆਪਣੇ ਗੁਆਂਢੀ ਨਾਲ ਸੱਚ ਬੋਲੋ। ਗੁਆਂਢੀ ਨਾਲ ਸੱਚ ਬੋਲਣ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਆਪਣੇ ਗੁਆਂਢੀ ਨੇ ਜੋ ਸਿਰਫ ਗੁਆਂਢੀ ਨੇ ਉਹਨਾਂ ਨਾਲ ਖਰੀਆਂ ਗੱਲਾਂ ਕਰੋ। ਅਸੀਂ ਸਮਟਾਈਮ ਫੋਨ 'ਤੇ ਪਤਾ ਕੀ ਗੱਲ ਕਰਦੇ ਹਾਂ, ਕੋਈ ਕਹਿ ਰਿਹਾ ਹੁੰਦਾ ਕਿ ਕਿੱਥੇ ਆ ਤੁਸੀਂ, ਆਪਾਂ ਕਹਿ ਰਹੇ ਹੁੰਦੇ ਕਿ ਹੈ ਤਾਂ ਅਸੀਂ ਘਰੇ ਹੀ ਹੁੰਦੇ, ਆ ਗਏ ਬਸ ਰਾਸਤੇ 'ਚ 5 ਮਿੰਟ ਹੀ ਆ। ਝੂਠ ਤਾਂ ਝੂਠ ਹੈ ਨਾ, ਭਾਵੇਂ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ ਕਿਹਾ। ਅਸੀਂ ਸਮਟਾਈਮ ਕਹਿ ਦਿੰਦੇ ਘਰੇ ਸਾਡੇ ਕੁਝ ਵੀ ਨਾ ਹੋਵੇ, ਕਹੀਏ ਹਾਂ ਸਾਡੇ ਤਾਂ ਇੰਨਾ ਕੁਝ ਪਿਆ ਆ ਭੈਣ, ਸਾਡੇ ਤਾਂ ਜ਼ਰੂਰਤ ਹੀ ਨਹੀਂ ਹੈਗੀ। ਅਸੀਂ ਬੇਸ਼ੱਕ ਵਡਿਆਈ ਕਰ ਰਹੇ ਹਾਂ ਆਪਣੀ, ਪਰ ਝੂਠ ਤਾਂ ਝੂਠ ਹੀ ਆ। ਕਿਸੇ ਦੀ ਜ਼ਿੰਦਗੀ ਨੂੰ ਨੁਕਸਾਨ ਨਾ ਕਰੋ, ਪਰਮੇਸ਼ਰ ਦੀ ਨਿਗਾਹ 'ਚ ਦੋਸ਼ੀ ਨਾ ਠਹਿਰੋ। ਔਰ ਗੁੱਸੇ ਦੇ ਬਾਰੇ ਕਹਿ ਰਹੇ ਕਿ ਤੁਸੀਂ ਗੁੱਸੇ ਤਾਂ ਹੋ ਪਰ ਪਾਪ ਨਾ ਕਰੋ। ਹੁਣ ਇਹ ਨਹੀਂ ਹੈ ਕਿ ਮਸੀਹ ਲੋਕਾਂ ਨੂੰ ਗੁੱਸਾ ਨਹੀਂ ਆਏਗਾ, ਕਿਉਂਕਿ ਇਸ ਗੱਲ ਤੋਂ ਅਸੀਂ ਜਾਣ ਸਕਦੇ ਜਦੋਂ ਯੀਸ਼ੂ ਮਸੀਹ ਮੰਦਿਰ ਵਿੱਚ ਗਏ ਸੀ, ਉੱਥੇ ਲੋਕ ਵਪਾਰ ਕਰ ਰਹੇ ਸੀ ਨਾ, ਉੱਥੇ ਯੀਸ਼ੂ ਮਸੀਹ ਨੂੰ ਉਹਨਾਂ ਕਬੂਤਰ ਵੇਚਣ ਵਾਲਿਆਂ ਨੂੰ ਤੇ ਜੋ ਉੱਥੇ ਪੰਛੀਆਂ ਕੇ ਚੌਂਕੀਆਂ ਲਾ ਕੇ ਬੈਠੇ ਹੋਏ ਸਨ ਉਹਨਾਂ ਦਾ ਸਾਰਾ ਉਲਟਾ ਦਿੱਤਾ ਸੀ। ਉਹਨੂੰ ਗੁੱਸਾ ਆ ਗਿਆ ਸੀ ਵੇਖ ਕੇ ਕਿ ਮੇਰੇ ਪ੍ਰਭੂ ਦੇ ਘਰ ਦੇ ਵਿੱਚ, ਮੇਰੇ ਪਿਤਾ ਦੇ ਘਰ ਦੇ ਵਿੱਚ ਇਹ ਸਭ ਕੀ ਚੱਲ ਰਿਹਾ। ਉਹਨੂੰ ਗੁੱਸਾ ਆ ਗਿਆ ਸੀ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਮਸੀਹ ਲੋਕ ਨੇ ਉਹ ਗੁੱਸਾ ਕਰ ਹੀ ਨਹੀਂ ਸਕਦੇ। ਹਜੇ ਅਸੀਂ ਸੰਸਾਰਿਕ ਹੈਗੇ ਹਾਂ, ਜੇ ਅਸੀਂ ਏਡੇ ਨਹੀਂ ਕਿ ਪੂਰੇ ਆਤਮਿਕ, ਮੈਂ ਕਹਿੰਦੀ ਆਪਾਂ ਸਵਰਗ ਨੂੰ ਪੌੜੀ ਲਾ ਲਈ ਵੀ ਬਸ ਆਖਰੀ ਡੰਡੇ 'ਤੇ ਹੀ ਆ। ਹਜੇ ਤਾਂ ਸਾਡੀ ਸ਼ੁਰੂਆਤ ਆ। ਪਰਮੇਸ਼ਰ ਕਹਿੰਦਾ ਗੁੱਸਾ ਕਰ ਸਕਦੇ ਆ ਤੁਸੀਂ, ਪਰ ਅਜਿਹਾ ਗੁੱਸਾ ਨਹੀਂ ਕਿ ਉਸ ਗੁੱਸੇ ਦੇ ਨਾਲ ਤੁਸੀਂ ਰਿਸ਼ਤੇ ਹੀ ਖਤਮ ਕਰ ਦਿਓ। ਅਜਿਹਾ ਗੁੱਸਾ ਨਹੀਂ ਕਿ ਤੁਹਾਡਾ ਗੁੱਸਾ ਕਿਸੇ ਦੀ ਜਾਨ ਹੀ ਲੈ ਲਵੇ। ਅਜਿਹਾ ਗੁੱਸਾ ਨਹੀਂ ਕਿ ਤੁਸੀਂ ਸਕੇ ਭੈਣ ਭਰਾ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਜਾਓ। ਕਹਿੰਦਾ ਅਜਿਹਾ ਗੁੱਸਾ ਕਿ ਸੁਬਾਹ ਤੁਸੀਂ ਬੋਲਿਆ ਸ਼ਾਮ ਤੱਕ ਖਤਮ। ਇੱਕ ਵਾਰੀ ਕਿਸੇ ਨੂੰ ਕਹਿ ਦਿੱਤਾ ਅਗਲੇ ਹੀ ਪਾਲੋ ਗੁੱਸਾ ਖਤਮ। ਉਹ ਮਨ 'ਚ ਨਾ ਗੱਲਾਂ ਰੱਖੋ। ਕਈ ਵਾਰੀ ਅਸੀਂ ਕਹਿੰਦੇ ਵੀ ਭੈਣ ਉਹਨੇ ਮੈਨੂੰ ਜਿਹੜੀਆਂ ਗੱਲਾਂ ਕਹੀਆਂ ਨਾ ਉਹ ਮੇਰੇ ਦਿਲ 'ਤੇ ਲਿਖੀਆਂ ਪਈਆਂ, ਕੋਈ ਨਹੀਂ ਮੈਂ ਉਹਨੂੰ ਜਵਾਬ ਦਊਂਗੀ ਜਦੋਂ ਸਹੀ ਸਮਾਂ ਆਇਆ। ਇਹ ਦਿਲ 'ਤੇ ਲਿਖਣਾ ਬੰਦ ਕਰੋ, ਕਿਉਂਕਿ ਇਹ ਜਿਹੜੀਆਂ ਦਿਲ 'ਤੇ ਲਿਖੀਆਂ ਗੱਲਾਂ ਨੇ ਨਾ ਇਹ ਕਿਸੇ ਦਿਨ ਸਾਡੇ ਦਿਲ ਨੂੰ ਬੰਦ ਕਰ ਦੇਣਗੀਆਂ। ਤੇ ਚੰਗਾ ਹੋਏਗਾ ਕਿ ਅਸੀਂ ਦਿਲ ਨੂੰ ਸਾਫ਼ ਰੱਖੀਏ। ਦਿਲ ਤਾਂ ਅੱਜ ਕੱਲ੍ਹ ਪਹਿਲਾਂ ਹੀ ਵਿਚਾਰਾ ਸਭ ਤੋਂ ਵੱਧ ਰੋਗੀ ਆ। ਜਿੰਨੇ ਵੀ ਭੈਣਾਂ ਭਾਈਆਂ ਦਾ ਸੁਣੀਦਾ ਸਭ ਨੂੰ ਕਿਸੇ ਨੂੰ BP ਵੱਧਦਾ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ। ਇਸ ਲਈ ਆ ਬਦੀ ਦੀਆਂ ਗੱਲਾਂ, ਇਹ ਵੈਰ ਵਿਰੋਧ, ਇਹਨੂੰ ਦਿਲ 'ਤੇ ਲਿਖਣਾ ਛੱਡੋ। ਇਹ ਦਿਲ ਸਾਡਾ ਇਹ ਕੋਈ ਬੁੱਕ ਨਹੀਂ ਹੈਗਾ ਕਿ ਆਪਾਂ ਕਿਸੇ ਦੀਆਂ ਗੱਲਾਂ ਲਿਖੀ ਜਾਈਏ ਤੇ ਇਹਨੂੰ ਰੱਦੀ ਕਾਪੀ ਵਾਂਗੂ ਭਰੀ ਚੱਲੀਏ।
ਛੱਡੋ ਇਹ ਗੱਲਾਂ, ਹੁਣ ਅਸੀਂ ਇਹ ਨਹੀਂ ਰਹਿ ਗਏ। ਸਾਡਾ ਗੁੱਸਾ ਜਿਹੜਾ ਆ ਉਹ ਸਵੇਰ ਸ਼ੁਰੂ ਹੋਵੇ ਤੇ ਸ਼ਾਮ ਤੱਕ ਖਤਮ। ਇੱਕ ਗੱਲ ਅਗਰ ਕਿਸੇ ਨੂੰ ਅਸੀਂ ਕਹਿਤੀ, ਦੂਜੇ ਪਲ ਇੱਕ ਸੋਹਣੀ ਜਿਹੀ ਸਮਾਈਲ ਦੇ ਕੇ ਕਹੋ ਛੱਡ ਯਾਰ ਕੀ ਗੱਲ ਹੋਏਗੀ, ਕਿੱਡੀ ਕੁ ਗੱਲ ਆ, ਤਾਂ ਖਤਮ ਕਰੋ ਕਹਾਣੀ ਨਾ। ਹੱਸੋ ਖੇਡੋ, ਇੰਜੋਏ ਕਰੋ, ਪਰਮੇਸ਼ਰ ਦੇ ਨਾਮ 'ਚ ਰਹੋ। ਯਾਰ ਸਾਡਾ ਪਰਮੇਸ਼ਰ ਕਿੰਨਾ ਵਧੀਆ ਆ, ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਆ, ਅਸੀਂ ਸੰਸਾਰਿਕ ਸਰੂਪ ਵਾਲੇ ਨਹੀਂ ਆ। ਚਿੱਲ ਕਰੋ, ਖੁਸ਼ ਰਹੋ। ਨੈਕਸਟ ਵਚਨ 'ਚ ਦੇਖਾਂਗੇ ਫਿਲਿੱਪੀਆਂ 3 ਉਹਦੀ 13 ਤੋਂ ਲੈ ਕੇ 14 ਨੰਬਰ ਆਈ ਤੱਕ। ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ, ਪਰ ਇੰਨਾ ਹੈ, ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਂਹ ਵੱਧ ਕੇ ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ, ਭਾਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ਰ ਦੇ ਵੱਲੋਂ ਮਸੀਹ ਯਿਸੂ ਵਿੱਚ ਹੈ। ਹਾਲੇਲੂਇਆ। ਬਹੁਤ ਸਾਰੇ ਭੈਣ ਭਾਈ ਮੇਰੇ ਬਾਰੇ ਬਹੁਤ ਇਮੈਜੀਨੇਸ਼ਨ ਕਰਦੇ ਰਹਿੰਦੇ ਕਿ ਇਹ ਸਿਸਟਰ ਕਿੱਥੋਂ ਸਿੱਖਦੀ ਹੈ ਗੱਲਾਂ, ਕੌਣ ਸਿਖਾਉਂਦਾ ਆ, ਇਹਨੇ ਤਾਂ ਰੱਬ ਨੂੰ ਪ੍ਰਾਪਤ ਕਰ ਲਿਆ। ਬਹੁਤ ਸਾਰੇ ਕਹਿੰਦੇ ਸਿਸਟਰ ਤੁਸੀਂ ਤਾਂ, ਤੁਹਾਡੀ ਤਾਂ ਰੱਬ ਨਾਲ ਸਿੱਧੀ ਗੱਲ ਹੁੰਦੀ ਆ, ਅਸੀਂ ਤਾਂ ਤੁਹਾਡੇ ਤੋਂ ਦੁਆ ਕਰਾਉਂਦੇ, ਤੁਹਾਡੀ ਪਰਮੇਸ਼ਰ ਛੇਤੀ ਸੁਣਦਾ ਆ। ਤਾਂ ਆਹ ਵਚਨ ਮੈਂ ਆਪਣੇ ਲਈ ਹੀ ਲਿਖਿਆ ਅੱਜ, ਹਰ ਪ੍ਰੇਅਰ 'ਚ ਤਾਂ ਨਹੀਂ ਪਰ ਬਹੁਤ ਵਾਰ ਮੈਂ ਆਪਣੀ ਜ਼ਿੰਦਗੀ ਦੀ ਐਗਜ਼ਾਮਪਲ ਦਿੰਦੀ ਹਾਂ। ਤਾਂ ਇਸ ਐਗਜ਼ਾਮਪਲ ਦੇ ਦੁਆਰਾ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰੇ 'ਚ ਵੀ ਬਹੁਤ ਗੁੱਸਾ ਆ। ਹਜੇ ਵੀ ਕਈ ਗੱਲ 'ਤੇ ਮੈਂ ਬਹੁਤ ਜ਼ਿਆਦਾ ਗੁੱਸਾ ਕਰ ਲੈਂਦੀ, ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਹਿ ਦਿੰਦੀ। ਪਰ ਹਾਂ, ਉਸ ਵਚਨ 'ਤੇ ਮੈਂ ਜ਼ਰੂਰ ਲਾਗੂ ਕਰਦੀ ਕਿ ਮੈਂ ਇੱਕ ਵਾਰ ਕਹਿ ਦਿੰਦੀ ਗੁੱਸੇ 'ਚ, ਬਾਅਦ 'ਚ ਮੈਂ ਥੋੜ੍ਹੇ ਸਮੇਂ ਬਾਅਦ ਫਿਰ ਉੱਥੇ ਹੀ ਆ ਜਾਂਦੀ, ਮੈਂ ਪਛਤਾਤਾਪ ਕਰ ਲੈਂਦੀ ਕਿ ਖੁਦਾ ਮੈਨੂੰ ਮਾफ़ ਕਰ, ਮੇਰੇ ਤੋਂ ਹੋ ਗਿਆ। ਪਰ ਮੈਂ 100 ਦੇ ਵਿੱਚੋਂ 40% ਤੱਕ ਸੁਧਾਰ ਕਰ ਲਿਆ ਆਪਣਾ। ਪਰਮੇਸ਼ਰ ਬਾਕੀ ਦਾ 60% ਵੀ ਕਰ ਦੇਵੇਗਾ, ਮੈਂ ਕੋਸ਼ਿਸ਼ ਕਰ ਰਹੀ ਹਾਂ। ਔਰ ਸੈਕਿੰਡ ਗੱਲ ਕੀ ਕਹਿੰਦਾ, ਇਹ ਨਾ ਸੋਚੋ ਕਿ ਮੈਂ ਹੱਥ ਪਾ ਲਿਆ ਆ। ਤੁਸੀਂ ਵੀ ਇਹ ਨਾ ਸੋਚੋ ਕਿ ਜੇ ਮੈਂ ਇਹ ਗੱਲਾਂ ਦੱਸ ਰਹੀ ਹਾਂ, ਬੇਸ਼ੱਕ ਮੈਂ ਕਿਸੇ ਤੋਂ ਪੁੱਛ ਨਹੀਂ ਰਹੀ, ਬੇਸ਼ੱਕ ਮੈਨੂੰ ਕੋਈ ਸਿਖਾ ਨਹੀਂ ਰਿਹਾ, ਇਹ ਸਭ ਗੱਲਾਂ ਮੇਰੇ ਅੰਦਰੋਂ ਹੀ ਨਿਕਲ ਰਹੀਆਂ। ਪਰ ਇਹ ਅੰਦਰੋਂ ਨਿਕਲਣ ਦਾ ਮਤਲਬ ਇਹ ਆ ਕਿ ਇਹ ਗੱਲਾਂ ਮੈਨੂੰ ਪਰਮੇਸ਼ਰ ਸਿਖਾ ਰਿਹਾ ਹੈ ਕਿ ਮੈਂ ਵੀ ਹਜੇ ਸਿੱਖ ਰਹੀ ਹਾਂ, ਮੇਰੀ ਵੀ ਹਜੇ ਸ਼ੁਰੂਆਤ ਆ। ਹਜੇ ਬਹੁਤ ਸਾਰੇ ਭੈਣ ਭਾਈ ਤਾਂ ਸਵਰਗ ਦੀ ਪੌੜੀ ਦੇ 3-4 ਸਟੈਪ ਟੱਪ ਗਏ ਹੋਣੇ, ਮੈਂ ਤਾਂ ਹਜੇ ਪਹਿਲੇ 'ਤੇ ਹੀ ਖੜੀ ਹਾਂ, ਕਿਉਂਕਿ ਕਮੀਆਂ ਮੇਰੇ 'ਚ ਵੀ ਆ। ਮੇਰੀ ਪਿਛਲੀ ਜ਼ਿੰਦਗੀ ਕੋਈ ਨਹੀਂ ਵੇਖਦਾ, ਤੁਸੀਂ ਸਿਰਫ ਅੱਧੇ ਘੰਟੇ ਪੌਣੇ ਘੰਟੇ ਦੀ ਪ੍ਰੇਅਰ ਸੁਣਦੇ ਹੋ। ਬਾਅਦ ਦੀ ਜ਼ਿੰਦਗੀ 'ਚ ਮੈਂ ਕੀ ਕਰਦੀ ਕਿਸੇ ਨੂੰ ਨਹੀਂ ਪਤਾ, ਸਿਰਫ ਪਰਮੇਸ਼ਰ ਨੂੰ ਪਤਾ ਨਾ। ਇਸ ਲਈ ਪਾਪ, ਦੁੱਖ, ਪਰੇਸ਼ਾਨੀਆਂ, ਚਿੰਤਾਵਾਂ, ਕ੍ਰੋਧ, ਇਹ ਚੀਜ਼ਾਂ ਹੁੰਦੀਆਂ ਹਰੇਕ ਦੀ ਜ਼ਿੰਦਗੀ ਦੇ ਵਿੱਚ। ਪਰ ਬਹੁਤ ਸਾਰੇ ਜਿਹਦੇ ਤੋਂ ਪਾਰ ਨਿਕਲ ਕੇ ਪ੍ਰਭੂ ਦੇ ਲੜ ਲੱਗ ਜਾਂਦੇ ਕਿ ਖੁਦਾ ਹੁਣ ਮੈਂ ਖਾਲੀ ਭਾਂਡਾ ਆ, ਤੂੰ ਮੈਨੂੰ ਭਰ। ਅਤੇ ਮੈਂ ਆਪਣੇ ਆਪ ਨੂੰ ਸੰਸਾਰ ਵੱਲੋਂ ਖਾਲੀ ਕਰ ਲਿਆ। ਮੈਂ ਜੋਬ ਕਰਦੀ ਸੀ, ਮੈਂ ਆਪਣੀ ਜੋਬ ਛੱਡ ਦਿੱਤੀ। ਮੈਂ ਬਹੁਤ ਜਗ੍ਹਾ 'ਤੇ ਮੈਨੂੰ ਅੱਜ ਵੀ ਜੋਬ ਦੇ ਲਈ ਫ਼ੋਨ ਆ ਰਿਹਾ, ਮੈਂ ਨਹੀਂ ਕਰ ਰਹੀ ਕਿਉਂਕਿ ਮੈਂ ਹੁਣ ਉਹ ਚੀਜ਼ਾਂ ਨਹੀਂ ਪ੍ਰਾਪਤ ਕਰਨਾ ਚਾਹੁੰਦੀ। ਮੈਂ ਆਪਣੇ ਆਪ ਨੂੰ ਖਾਲੀ ਕੀਤਾ ਕਿ ਪਰਮੇਸ਼ਰ ਤੂੰ ਭਰ। ਔਰ ਜਦੋਂ ਮੈਂ ਵਚਨ ਦੱਸਦੀ ਹਾਂ ਨਾ, ਮੈਂ ਲਿਖੇ ਹੁੰਦੇ ਆ ਵਚਨ, ਮੈਂ ਲੱਭਦੀ ਹਾਂ, ਲਿਖਦੀ ਹਾਂ, ਲਿਖ ਲਿਆ, ਔਰ ਮੈਂ ਕਦੇ ਸੋਚਿਆ ਨਹੀਂ ਹੁੰਦਾ ਕਿ ਇਹਦੇ ਵਿੱਚ ਕੀ ਬੋਲਣਾ ਆ। ਜਦੋਂ ਮੈਂ ਬੋਲਣ ਲੱਗਦੀ ਹਾਂ ਨਾ, ਤਾਂ ਪਰਮੇਸ਼ਰ ਆਪਣੇ ਆਪ ਹੀ ਸ਼ਬਦ ਦੇ ਦਿੰਦਾ। ਔਰ ਕਈ ਵਾਰ ਮੈਂ ਬੋਲਦੇ ਬੋਲਦੇ ਆਪ ਹੀ ਸੋਚਣ ਲੱਗ ਜਾਂਦੀ ਵੀ ਇਹ ਮੈਂ ਕਿੱਥੋਂ ਕੱਢਿਆ, ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਇਹ ਬੋਲਣਾ ਆ। ਇਹਦਾ ਮਤਲਬ ਤੁਸੀਂ ਇਹ ਨਾ ਸੋਚੋ ਕਿ ਮੇਰੀ ਤਾਂ ਰੱਬ ਨਾਲ ਸਿੱਧੀ ਗੱਲ ਆ, ਜਾਂ ਇਹ ਨਾ ਸੋਚੋ ਕਿ ਰੱਬ ਮੇਰੀ ਜ਼ਿਆਦਾ ਸੁਣਦਾ ਆ। ਰੱਬ ਮੈਨੂੰ ਤੁਹਾਡੇ ਨਾਲੋਂ ਵੱਧ ਪਿਆਰ ਨਹੀਂ ਕਰਦਾ। ਹੋ ਸਕਦਾ ਤੁਹਾਨੂੰ ਰੱਬ ਮੇਰੇ ਨਾਲੋਂ ਵੀ ਵੱਧ ਪਿਆਰ ਕਰਦਾ ਹੋਵੇ। ਬਹੁਤ ਸਾਰੇ ਭੈਣ ਭਾਈ ਆਤਮਾ ਨੂੰ ਪਾਏ ਹੋਏ ਨੇ, ਗੈਰ ਭਾਸ਼ਾ ਪਾਈ ਹੋਈ ਆ। ਬਹੁਤ ਸਾਰਿਆਂ ਨੂੰ ਸੁਪਨਿਆਂ ਦੇ ਵਿੱਚ ਪ੍ਰਭੂ ਗੱਲਬਾਤ ਕਰਦਾ। ਮੈਨੂੰ ਸੁਪਨਾ ਯਾਦ ਹੀ ਨਹੀਂ ਰਹਿੰਦਾ। ਮੈਨੂੰ ਇੱਦਾਂ ਕਦੇ ਵਿਜ਼ਨ ਦਿਖਿਆ ਹੀ ਨਹੀਂ ਵੀ ਮੈਨੂੰ ਸੁਪਨੇ 'ਚ ਕੁਛ ਦਿਖਿਆ ਹੋਵੇ ਤਾਂ ਮੈਨੂੰ ਯਾਦ ਰਹਿ ਗਿਆ ਹੋਵੇ, ਜਾਂ ਮੈਨੂੰ ਅੱਜ ਤੱਕ ਗੈਰ ਭਾਸ਼ਾ ਨਹੀਂ ਆਉਂਦੀ। ਅੱਜ ਤੱਕ ਪਰਮੇਸ਼ਰ ਦੇ ਉਹ ਟੱਚ ਜੋ ਲੋਕ ਕਹਿ ਦਿੰਦੇ ਆ ਕਿ ਇਹ ਮੈਨੂੰ ਪਰਮੇਸ਼ਰ ਦੇ ਦੁਆਰਾ ਇੱਕ ਸੁਪਨਾ ਆਇਆ ਤਾਂ ਉਹ ਸੱਚੀ ਹੋ ਗਿਆ, ਇਹੋ ਜਿਹਾ ਕੁਛ ਮੇਰੇ ਨਾਲ ਨਹੀਂ ਹੋਇਆ। ਮਤਲਬ ਹਜੇ ਮੈਂ ਬਹੁਤ ਪਿੱਛੇ ਹਾਂ, ਮੈਂ ਪਰਮੇਸ਼ਰ ਨੂੰ ਪਾ ਨਹੀਂ ਲਿਆ, ਮੈਂ ਵੀ ਸਿੱਖ ਰਹੀ ਹਾਂ। ਕੀ ਕਹਿ ਰਿਹਾ ਵਚਨ? ਕਹਿੰਦਾ ਇਹ ਨਾ ਸੋਚੋ ਕਿ ਮੈਂ ਹੱਥ ਪਾ ਲਿਆ ਆ, ਬਸ ਇੰਨਾ ਕਿ ਮੈਂ ਪਿਛਲੀਆਂ ਗੱਲਾਂ 'ਚੋਂ ਨਿਕਲ ਕੇ ਆਪਣੀ ਜ਼ਿੰਦਗੀ ਪ੍ਰਭੂ ਨੂੰ ਦੇ ਦਿੱਤੀ ਕਿ ਪ੍ਰਭੂ ਹੁਣ ਇਹ ਤੇਰੀ ਆ। ਇੱਕ ਖਾਲੀ ਡੱਬਾ ਆ, ਇਹਨੂੰ ਤੂੰ ਭਰ ਲਾ, ਜਿਹਦੇ ਨਾਲ ਭਰਨਾ ਇਹ 'ਚੋਂ ਕੱਢ ਜੋ ਤੂੰ ਕੱਢਣਾ। ਕਹਿੰਦਾ ਮੈਂ ਪਿਛਲੀ ਜ਼ਿੰਦਗੀ ਛੱਡ ਕੇ ਅਗਾਹਾਂ ਦੀ ਦੌੜ ਵੱਲ ਵੱਧ ਚੱਲਿਆ ਆ ਕਿ ਜੋ ਪਰਮੇਸ਼ਰ ਲੈ ਕੇ ਜਾ ਰਿਹਾ। ਕਹਿੰਦਾ ਨਿਸ਼ਾਨੇ ਦੀ ਦੌੜ ਵੱਲ, ਮੈਂ ਉਸ ਦੌੜ ਵੱਲ ਭੱਜ ਰਹੀ ਹਾਂ ਕਿ ਪਰਮੇਸ਼ਰ ਉਸ ਉੱਪਰਲੇ ਸੱਦਾ, ਉਹ ਜਿਹੜਾ ਤੇਰਾ ਉੱਪਰਲਾ ਸੱਦਾ, ਜਿਹੜਾ ਤੇਰਾ ਉੱਪਰਲਾ ਇਨਾਮ ਆ ਨਾ, ਮੈਨੂੰ ਤੂੰ ਉਹਦੇ ਤੱਕ ਲੈ ਚੱਲ, ਜਿਹੜਾ ਪਰਮੇਸ਼ਰ ਮਸੀਹ ਦੇ ਵੱਲੋਂ ਮਿਲਣਾ ਆ। ਮੈਂ ਕੁਝ ਸਿੱਖਣਿਆ ਜਾਂ ਮੈਂ ਸਭ ਕੁਝ ਹਾਸਿਲ ਨਹੀਂ ਕਰ ਲਿਆ, ਮੈਨੂੰ ਵੀ ਪਰਮੇਸ਼ਰ ਹੌਲੀ ਹੌਲੀ ਦੇ ਰਿਹਾ ਆ। ਤੁਹਾਨੂੰ ਸਿਖਾਉਂਦੇ ਸਿਖਾਉਂਦੇ ਮੈਂ ਖੁਦ ਸਿੱਖ ਰਹੀ ਹਾਂ। ਜਦੋਂ ਮੈਂ ਬੋਲਦੀ ਹਾਂ ਨਾ, ਮੈਂ ਆਪ ਹੀ ਸਿੱਖ ਜਾਂਦੀ ਉਹ ਗੱਲ ਨੂੰ ਕਿ ਹਾਂ ਮੈਂ ਇਹ ਚੀਜ਼ ਸੋਚੀ ਨਹੀਂ ਸੀ, ਪਰ ਪ੍ਰਭੂ ਨੇ ਅੱਜ ਮੈਨੂੰ ਸਿਖਾ ਦਿੱਤੀ ਆ। ਇਸ ਲਈ ਕਦੇ ਕਿਸੇ ਦੀ ਜ਼ਿੰਦਗੀ ਨੂੰ ਵੇਖ ਕੇ ਇਹ ਨਾ ਸੋਚੋ ਵੀ ਆਹ ਤਾਂ ਬੰਦਾ ਬੜਾ ਮਹਾਨ ਆ। ਕੋਈ ਬੰਦਾ ਮਹਾਨ ਨਹੀਂ ਆ। ਕਿਸੇ ਇਨਸਾਨ ਨੂੰ ਮਿਲਣ ਦੀ ਚਾਹਤ ਨਾ ਰੱਖੋ, ਕਿਸੇ ਇਨਸਾਨ ਦੇ ਹੱਥ ਦੀ ਉਮੀਦ ਨਾ ਰੱਖੋ ਕਿ ਉਹ ਆਵੇ ਤੇ ਸਾਡੇ ਤੇ ਹੱਥ ਰੱਖੇ ਤੇ ਅਸੀਂ ਚੰਗੇ ਹੋਈਏ। ਕਿਸੇ ਇਨਸਾਨ ਨੂੰ
ਸਾਨੂੰ ਆਪਣੇ ਘਰ ਨਾ ਬੁਲਾਓ ਕਿ ਤੁਸੀਂ ਆਓ ਸਾਡੇ ਘਰੇ ਪੈਰ ਪਾਓ ਤੇ ਸਾਡਾ ਘਰ ਧੰਨ ਹੋ ਜਾਵੇ, ਕਿਉਂਕਿ ਇਹ ਗੱਲਾਂ ਮੈਨੂੰ ਸੁਣਨ ਨੂੰ ਮਿਲਦੀਆਂ ਕਿ ਤੁਸੀਂ ਆਓ, ਅਸੀਂ ਤੁਹਾਨੂੰ ਮਿਲਣਾ ਆ, ਸਾਡੇ ਹੱਥ ਰੱਖੋ ਸਿਸਟਰ, ਅਸੀਂ ਸਿਰ ਹੱਥ ਰੱਖ ਕੇ ਪ੍ਰੇਅਰ ਕਰਵਾਉਣੀ ਆ, ਅਸੀਂ ਤੁਹਾਨੂੰ ਮਿਲਣਾ ਚਾਹੁੰਦੇ। ਮਸੀਹੀ ਭੈਣ ਭਾਈਆਂ ਨਾਲ ਪਿਆਰ ਰੱਖੋ, ਕਿਸੇ ਨੂੰ ਪਰਮੇਸ਼ਰ ਦੀ ਜਗ੍ਹਾ ਨਾ ਦਿਓ, ਕਿਉਂਕਿ ਕਿਸੇ ਨੂੰ ਚੰਗਾ ਕਰਨ ਵਾਲਾ ਕਿਸੇ ਇਨਸਾਨ ਦਾ ਹੱਥ ਨਹੀਂ ਆ। ਕੋਈ ਇਨਸਾਨ ਅਗਰ ਬੋਲ ਰਿਹਾ ਉਹ ਆਪਦੇ ਸ਼ਬਦ ਨਹੀਂ ਬੋਲ ਰਿਹਾ, ਜੋ ਕੋਈ ਬੋਲ ਰਿਹਾ ਉਹ ਆਤਮਾ ਦੀ ਗੱਲ, ਪਰਮੇਸ਼ਰ ਦੀ ਗੱਲ ਅਤੇ ਪ੍ਰਭੂ ਦੇ ਸ਼ਬਦ ਬੋਲ ਰਿਹਾ। ਇਸ ਲਈ ਪਰਮੇਸ਼ਰ ਨੂੰ ਮਿਲਣ ਦੀ ਚਾਹਤ ਰੱਖੋ। ਪ੍ਰਭੂ ਦਾ ਹੱਥ ਹਮੇਸ਼ਾ ਤੁਹਾਡੇ ਸਿਰ ਤੇ ਆ। ਕੋਈ ਇਨਸਾਨ ਤੁਹਾਡੇ ਸਿਰ ਤੇ ਹੱਥ ਰੱਖੇ ਨਾ ਰੱਖੇ, ਪਰਮੇਸ਼ਰ ਤੁਹਾਡੇ ਸਿਰ ਤੇ ਹੱਥ ਰੱਖੇ ਹੋਏ ਆ। ਕੋਈ ਇਨਸਾਨ ਤੁਹਾਡੀ ਸੁਣੇ ਨਾ ਸੁਣੇ, ਖੁਦਾ ਤੁਹਾਡੀ ਸੁਣ ਰਿਹਾ ਆ। ਔਰ ਇਸੇ ਗੱਲ ਦੇ ਵਿਸ਼ਵਾਸ ਦੇ ਵਿੱਚ ਅਸੀਂ ਮਸੀਹ ਦੇ ਵਿੱਚ ਨਵੀਂ ਜ਼ਿੰਦਗੀ ਦੇ ਵਿੱਚ ਬਣਨਾ ਆ। ਅਸੀਂ ਸੰਸਾਰ ਵੱਲੋਂ ਆਪਣੇ ਸਰੀਰ ਨੂੰ ਖਾਲੀ ਕਰਨਾ ਆ ਔਰ ਹਰ ਰੋਜ਼ ਨਵੀਂ ਗੱਲ ਸਿੱਖਣ ਦੇ ਲਈ ਤਿਆਰ ਰਹਿਣਾ ਆ। ਜ਼ਰੂਰੀ ਨਹੀਂ ਹੈ ਕਿ ਕੋਈ ਬਹੁਤ ਸਿੱਧ ਬੰਦਾ ਹੀ ਸਾਨੂੰ ਸਿਖਾ ਸਕਦਾ। ਕਈ ਵਾਰ ਤੁਹਾਡੇ ਘਰ ਦਾ ਬੱਚਾ ਵੀ ਤੁਹਾਨੂੰ ਉਹ ਗੱਲ ਦੱਸ ਦਿੰਦਾ ਜੋ ਤੁਸੀਂ ਆਪਣੇ ਇਸ ਉਮਰ ਤੱਕ ਕਦੇ ਸੁਣੀ ਤੇ ਨਾ ਹੀ ਕਦੇ ਸੋਚੀ ਹੋਵੇਗੀ। ਇਸ ਲਈ ਸਿੱਖਣ ਦੇ ਲਈ ਸਿੱਖੇ ਹੋਏ ਬੰਦੇ ਤੋਂ ਸਿੱਖਣਾ ਜ਼ਰੂਰੀ ਨਹੀਂ ਆ। ਸਿਖਾਉਣ ਵਾਲੇ ਨੂੰ ਪਰਮੇਸ਼ਰ ਬੁੱਧ ਦਿੰਦਾ ਅਤੇ ਉਹ ਬੁੱਧ ਪਰਮੇਸ਼ਰ ਤੁਹਾਨੂੰ ਵੀ ਦੇ ਸਕਦਾ ਅਗਰ ਤੁਸੀਂ ਮਸੀਹ ਦੇ ਵਿੱਚ ਨਵੀਂ ਸ੍ਰਿਸ਼ਟੀ ਹੋਣ ਦੇ ਲਈ ਤਿਆਰ ਆ। ਕਿਉਂਕਿ ਮਸੀਹ ਕਹਿੰਦਾ ਵੇਖੋ ਪੁਰਾਣੀਆਂ ਗੱਲਾਂ ਬੀਤ ਗਈਆਂ ਅਤੇ ਸਭ ਕੁਝ ਨਵਾਂ ਹੋ ਗਿਆ ਆ। ਹੁਣ ਅਸੀਂ ਮਸੀਹ ਦੇ ਵਿੱਚ ਨਵੇਂ ਹੋ ਗਏ ਆ, ਹੁਣ ਅਸੀਂ ਸੰਸਾਰ ਦੇ ਨਹੀਂ ਆ। ਇਸ ਲਈ ਸੰਸਾਰਿਕ ਚੀਜ਼ਾਂ ਨੂੰ ਛੱਡੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਗੱਲਾਂ ਦੀ ਇਨਸਾਨੀਅਤ ਨਹੀਂ ਆ। ਸਿਰਫ ਗੱਲਾਂ ਵਾਲੀ ਨਹੀਂ ਕਿ ਅਸੀਂ ਮਸੀਹੀ ਆ, ਥਾਂ ਥਾਂ ਦੱਸਦੇ ਫਿਰਨਾ ਜੀ ਹੁਣ ਤਾਂ ਅਸੀਂ ਮਸੀਹ 'ਚ ਆ ਗਏ ਹਾਂ। ਕਿਉਂਕਿ ਬਹੁਤ ਸਾਰੇ ਭੈਣ ਭਾਈ ਫੋਨ ਕਰਦੇ, ਉਹ ਮੈਨੂੰ ਫੋਨ ਕਰਨ ਸਾਰ ਪਹਿਲਾਂ ਹੀ ਇਹ ਕਹਿੰਦੇ ਸਿਸਟਰ ਜੀ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ। ਇਸ ਗੱਲ 'ਤੇ ਮੈਂ ਉਹਨਾਂ ਨੂੰ ਇੱਕ ਸਵਾਲ ਵੀ ਪੁੱਛ ਸਕਦੀ ਹਾਂ, ਪਰ ਮੈਂ ਕਦੇ ਪੁੱਛਿਆ ਨਹੀਂ ਕਿਉਂਕਿ ਇਸ ਗੱਲ ਦਾ ਹੱਕ ਮੈਨੂੰ ਅਜੇ ਪਰਮੇਸ਼ਰ ਨੇ ਨਹੀਂ ਦਿੱਤਾ ਕਿ ਕੀ ਸਾਨੂੰ ਪਤਾ ਮਸੀਹ ਦੇ ਵਿੱਚ ਚੱਲਣ ਦਾ ਮਤਲਬ ਕੀ ਹੈ। ਮਸੀਹ ਚੱਲ ਰਿਹਾ ਸੀ ਪਰਮੇਸ਼ਰ ਦੇ ਲਈ ਤੇ ਅਸੀਂ ਆਪਣੇ ਲਈ ਚੱਲ ਰਹੇ ਹਾਂ, ਤਾਂ ਕੀ ਅਸੀਂ ਕਹਿ ਸਕਦੇ ਕਿ ਅਸੀਂ ਮਸੀਹ ਦੇ ਵਿੱਚ ਚੱਲ ਰਹੇ ਹਾਂ? ਪਰ ਪਰਮੇਸ਼ਰ ਹਰ ਇੱਕ ਨੂੰ ਸਮਝ ਬੁੱਧ ਗਿਆਨ ਦਾ ਆਤਮਾ ਦੇਵੇ, ਕੋਈ ਗਲਤ ਸ਼ਬਦ ਨਾ ਬੋਲੇ, ਨਾ ਸੁਣੇ, ਨਾ ਸੁਣਾਵੇ। ਤਾਂ ਅਸੀਂ ਮਸੀਹ ਦੇ ਵਿੱਚ ਨਵੀਂ ਸ੍ਰਿਸ਼ਟ, ਨਵੇਂ ਨੇਮ ਅਤੇ ਨਵੇਂ ਸੋਚ ਦੇ ਹਿਸਾਬ ਦੇ ਨਾਲ, ਨਵੇਂ ਸੁਭਾਅ ਦੇ ਹਿਸਾਬ ਦੇ ਨਾਲ ਚੱਲਣਾ, ਨਵੀਂ ਜ਼ਿੰਦਗੀ ਨੂੰ ਲੈਣਾ, ਨਵਾਂ ਤਰੀਕਾ ਅਪਣਾਉਣਾ ਆ। ਤਾਂ ਉਹਦੇ ਲਈ ਅਸੀਂ ਇੱਕ ਵਚਨ ਨੂੰ ਹਰ ਰੋਜ਼ ਅੰਗੀਕਾਰ ਕਰਨਾ ਆ। ਹਰ ਇੱਕ ਭੈਣ ਭਾਈ ਹਰ ਰੋਜ਼ ਸੁਬਾਹ ਉੱਠੇ ਇਸ ਵਚਨ ਨੂੰ ਅੰਗੀਕਾਰ ਕਰੇ। ਉਹ ਵਚਨ ਅਸੀਂ ਪੜਾਂਗੇ ਯਸ਼ਾਇਆ 61 ਉਹਦੀ 10 ਨੰਬਰ ਆਇਤ ਨੂੰ। ਮੈਂ ਯਹੋਵਾ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਪ੍ਰਾਣ ਮੇਰੇ ਪਰਮੇਸ਼ਰ ਵਿੱਚ ਮਗਨ ਹੋਵੇਗਾ, ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਬਸਤਰ ਪਵਾਏ ਹਨ ਅਤੇ ਉਸ ਨੇ ਧਰਮ ਦੇ ਚੋਗੇ ਨਾਲ ਮੈਨੂੰ ਢਕਿਆ ਹੈ। ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸਵਾਰਦਾ ਅਤੇ ਲਾੜੀ ਆਪਣੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ ਹੈ। ਹਾਲੇਲੂਇਆ। ਮਸੀਹ ਦੇ ਵਿੱਚ ਆਉਣ ਤੋਂ ਬਾਅਦ ਦੁੱਖ ਕਿਉਂ ਨਹੀਂ ਗਏ, ਪਰੇਸ਼ਾਨੀਆਂ ਕਿਉਂ ਨਹੀਂ ਗਈਆਂ, ਚਿੰਤਾਵਾਂ ਕਿਉਂ ਨਹੀਂ ਗਈਆਂ? ਕਿਉਂਕਿ ਅਸੀਂ ਮਸੀਹ ਦੇ ਵਿੱਚ ਚੰਗਿਆਈ ਲੈਣ ਆਏ ਸੀ, ਪਰ ਅਸੀਂ ਮਸੀਹ ਨੂੰ ਗ੍ਰਹਿਣ ਨਹੀਂ ਕੀਤਾ। ਅਸੀਂ ਸ਼ਬਦਾਂ ਦੇ ਨਾਲ ਕਰ ਲਿਆ, ਆਤਮਾ ਦੇ ਨਾਲ ਨਹੀਂ ਕੀਤਾ। ਤਾਂ ਆਤਮਾ ਦੇ ਨਾਲ ਇਸ ਵਚਨ ਨੂੰ ਅਸੀਂ ਹਰ ਰੋਜ਼ ਅੰਗੀਕਾਰ ਕਰਨਾ ਕਿ ਖੁਦਾਵੰਦ ਹੇ ਮੇਰੇ ਪਰਮੇਸ਼ਰ ਯਹੋਵਾ, ਮੈਂ ਬਹੁਤ ਖੁਸ਼ ਹੋਵਾਂਗਾ। ਤੂੰ ਮੈਨੂੰ ਖੁਸ਼ ਕਰਨ ਵਾਲਾ ਪਰਮੇਸ਼ਰ ਆ। ਤੂੰ ਇਜ਼ਰਾਈਲੀਆਂ ਨੂੰ ਰੋਂਦਿਆਂ ਨੂੰ ਹਸਾ ਦਿੱਤਾ ਤੇ ਤੂੰ ਤਾਂ ਮੇਰਾ ਪਰਮੇਸ਼ਰ ਆ। ਤੂੰ ਤਾਂ ਮੈਨੂੰ ਬੜਾ ਹੀ ਪਿਆਰ ਕਰਨ ਵਾਲਾ ਪਰਮੇਸ਼ਰ ਆ। ਮੇਰੇ ਪ੍ਰਾਣ ਪਰਮੇਸ਼ਰ ਤੇਰੇ 'ਚ ਮਗਨ ਰਹਿਣਗੇ। ਇਹ ਜਿਹੜੀ ਮੇਰੀ ਜ਼ਿੰਦਗੀ ਆ ਨਾ, ਜਦੋਂ ਇਹ ਤੇਰੀ ਆ ਤੇ ਤੇਰੇ 'ਚ ਹੀ ਮਗਨ ਹੋਵੇਗੀ। ਕਹਿੰਦਾ ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਵਸਤਰ ਪਵਾਏ ਆ। ਆਦਮ ਦੇ ਕਰਕੇ ਮੈਂ ਮੌਤ ਵਿੱਚ ਪੈ ਗਿਆ ਸੀ, ਪਰ ਹੁਣ ਮੇਰੇ ਪਿਤਾ ਨੇ ਮੈਨੂੰ ਮੁਕਤੀ ਦੇ ਵਸਤਰ ਪਵਾਏ ਆ, ਜਿਹਦੇ ਵਸੀਲੇ ਜਿੱਦਾਂ ਮਸੀਹ ਨੇ ਨਵੀਂ ਜ਼ਿੰਦਗੀ ਪਾਈ, ਮੈਂ ਵੀ ਨਵੀਂ ਜ਼ਿੰਦਗੀ ਪਾਵਾਂਗਾ। ਪਰ ਖੁਦਾ ਮੈਨੂੰ ਦੱਸ ਕਿ ਮੈਂ ਉਹ ਨਵੀਂ ਜ਼ਿੰਦਗੀ ਕਿੱਦਾਂ ਪਾਵਾਂ, ਤੂੰ ਮੈਨੂੰ ਦੱਸ। ਕਿਉਂਕਿ ਕਹਿੰਦਾ ਪਰਮੇਸ਼ਰ ਤੂੰ ਧਰਮ ਦੇ ਚੋਗੇ ਦੇ ਨਾਲ ਮੈਨੂੰ ਢੱਕ ਲਿਆ ਆ। ਪਹਿਲਾਂ ਮੈਂ ਪਾਪ 'ਚ ਸੀ, ਹੁਣ ਤੂੰ ਮੈਨੂੰ ਆਗਿਆਕਾਰੀ ਦਾ ਵਸਤਰ ਦਿੱਤਾ ਆ। ਹੁਣ ਤੂੰ ਮੈਨੂੰ ਸੰਸਾਰ ਵੱਲੋਂ ਲੁਕੋ ਲਿਆ ਆ। ਪਰਮੇਸ਼ਰ ਤੂੰ ਮੈਨੂੰ ਸ਼ਿੰਗਾਰ ਦਿੱਤਾ ਆ, ਤੂੰ ਮੈਨੂੰ ਸੋਹਣਾ ਬਣਾ ਦਿੱਤਾ ਆ, ਤੂੰ ਮੈਨੂੰ ਪਾਪ 'ਚੋਂ ਕੱਢ ਦਿੱਤਾ ਆ। ਪ੍ਰਭੂ ਤੂੰ ਮੈਨੂੰ ਗਰੀਬੀ 'ਚੋਂ ਕੱਢ ਦਿੱਤਾ ਆ, ਤੂੰ ਮੈਨੂੰ ਸੰਸਾਰ ਨਾਲੋਂ ਵੱਖਰਾ ਕਰਤਾ ਆ। ਪਰਮੇਸ਼ਰ ਅੱਜ ਮੈਂ ਸੰਸਾਰ ਦਾ ਨਹੀਂ ਆ, ਅੱਜ ਮੈਂ ਤੇਰਾ ਆ। ਪਰ ਖੁਦਾਵੰਦ ਧੰਨਵਾਦ ਆ ਤੇਰਾ ਜੋ ਤੂੰ ਮੈਨੂੰ ਚੁਣ ਲਿਆ ਆ। ਤੂੰ ਮੇਰੇ ਪਾਪੀ 'ਤੇ ਕਿਰਪਾ ਕੀਤੀ, ਤੂੰ ਮੈਨੂੰ ਬੁਰੇ ਅਤੇ ਪਾਪੀ ਹੋਣ ਦੇ ਬਾਅਦ ਵੀ ਚੁਣ ਲਿਆ ਅਤੇ ਤੂੰ ਮੈਨੂੰ ਆਪਣੇ ਲਈ ਵੱਖਰਾ ਕੀਤਾ ਆ। ਹਾਲੇਲੂਇਆ। ਇਸ ਵਚਨ ਨੂੰ ਅਸੀਂ ਇਸ ਤਰ੍ਹਾਂ ਲੰਬੀ ਪ੍ਰਾਰਥਨਾ ਵਿੱਚ ਲੈ ਕੇ ਜਾ ਸਕਦੇ। ਇਸ ਵਚਨ ਦੇ ਨਾਲ ਹੀ ਇਕੱਲੇ ਦੇ ਨਾਲ ਅਸੀਂ 1 ਘੰਟਾ ਪ੍ਰੇਅਰ ਕਰ ਸਕਦੇ ਹਾਂ। ਅਸੀਂ ਇਸ ਵਚਨ ਦੀ ਗਹਿਰਾਈ ਨੂੰ ਸਮਝਣਾ ਅਤੇ ਖੁਸ਼ ਰਹਿਣਾ ਉਸ ਪਰਮੇਸ਼ਰ ਦੇ ਵਿੱਚ, ਕਿਉਂਕਿ ਅੱਜ ਤੱਕ ਉਹਨੇ ਜੋ ਸਾਨੂੰ ਦਿੱਤਾ ਉਹ ਸਾਡੀ ਯੋਗਤਾ ਤੋਂ ਬਾਹਰ ਸੀ ਅਤੇ ਜੋ ਅੱਗੇ ਉਹ ਸਾਨੂੰ ਦੇਣ ਵਾਲਾ ਆ ਉਹ ਸਾਡੀ ਸਮਝ ਤੋਂ ਬਾਹਰ ਆ। ਹਾਲੇਲੂਇਆ। ਆਓ ਅੱਜ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ।
ਧੰਨਵਾਦ 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 ਕਰਦੇ ਖੁਦਾਵੰਦ ਖੁਦਾ ਮਹਾਨ ਪਿਤਾ ਪਰਮੇਸ਼ਰ ਸੈਨਾ ਦੇ ਪ੍ਰਭੂ ਯਹੋਵਾ, ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅੱਜ ਦੀ ਸਵੇਰ ਦੇ ਲਈ ਪਿਤਾ ਪਰਮੇਸ਼ਰ, ਅੱਜ ਦੇ ਦਿਨ ਦੇ ਸਾਹਾਂ ਦੇ ਲਈ ਖੁਦਾਵੰਦ, ਰਾਤ ਭਰ ਦੀ ਮਿੱਠੀ ਪਿਆਰੀ ਨੀਂਦ ਦੇ ਲਈ ਖੁਦਾਵੰਦਾ, ਤੁਹਾਡੇ ਦੂਤਾਂ ਦੀ ਤੁਹਾਡੀ ਰੱਖਿਆ ਹਿਫਾਜ਼ਤ ਦੇ ਲਈ, ਤੁਹਾਡੀ ਮਦਦ ਸਹਾਇਤਾ ਅਗਵਾਈ ਦੇ ਲਈ ਪਿਤਾ ਪਰਮੇਸ਼ਰ, ਸੱਚਮੁੱਚ ਤੁਹਾਡੇ ਚੁਣਾਵ ਦੇ ਲਈ ਖੁਦਾਵੰਦ, ਜੋ ਤੁਸੀਂ ਸਾਨੂੰ ਵੇਖਿਆ, ਸਾਨੂੰ ਸੁਣਿਆ, ਸਾਨੂੰ ਜਾਣਿਆ, ਸਾਨੂੰ ਪਰਖਿਆ। ਤੁਸੀਂ ਸਾਨੂੰ ਪਾਪਾਂ ਦੀ ਜ਼ਿੰਦਗੀ 'ਚੋਂ ਕੱਢ ਲਿਆਂਦਾ ਪਿਤਾ। ਤੁਸੀਂ ਆਪਣੇ ਧਰਮੀਆਂ ਦੇ ਵਿੱਚ ਸਾਨੂੰ ਬਿਠਾਇਆ, ਸਾਨੂੰ ਰੂੜੀ 'ਚੋਂ ਕੱਢ ਕੇ ਪਤਵੰਤਾ ਦੇ ਵਿੱਚ ਲੈ ਆਂਦਾ, ਸਾਨੂੰ ਖਾਕ ਵਿੱਚ ਬੈਠਿਆਂ ਨੂੰ ਅੱਜ ਤੂੰ ਜੀਵਨ ਦੇ ਮੁਕਤ ਦੇ ਰਾਹ 'ਤੇ ਲੈ ਆਇਆ ਆ। ਖੁਦਾਵੰਦ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਅਸੀਂ ਨਾਸ਼ਵਾਨ ਪਿਤਾ ਤੋਂ ਜੰਮੇ ਅਤੇ ਅਸੀਂ ਨਾਸ਼ ਹੋਣ ਵਾਲੇ ਸੀ, ਪਰ ਤੁਸੀਂ ਸਾਨੂੰ ਨਾਸ਼ ਹੋਣ ਤੋਂ ਬਚਾਉਣ ਦੇ ਲਈ ਖੁਦਾਵੰਦ ਆਪਣੀ ਸੰਤਾਨ ਹੋਣ ਦਾ ਅਧਿਕਾਰ ਸਾਨੂੰ ਦਿੱਤਾ। ਸੱਚਮੁੱਚ ਸਾਨੂੰ ਪਾਪੀਆਂ ਨੂੰ ਬਚਾਉਣ ਦੇ ਲਈ ਤੁਸੀਂ ਬੇਹੱਦ ਦਰਦਨਾਕ ਕੋੜਿਆਂ ਨੂੰ ਸਹਿਆ ਤੇ ਕਰੂਸ ਨੂੰ ਕਬੂਲ ਕੀਤਾ। ਖੁਦਾਵੰਦ ਸੱਚਮੁੱਚ ਉਸ ਇੱਕ ਆਦਮੀ ਦੇ ਕਰਕੇ ਅਣਆਗਿਆਕਾਰੀ ਆਈ ਅਤੇ ਇੱਕ ਦੇ ਪਾਪ ਦੇ ਕਰਕੇ ਪੂਰੀ ਸ੍ਰਿਸ਼ਟੀ ਦੁੱਖ ਵਿੱਚ ਪੈ ਗਈ, ਪਰ ਖੁਦਾਵੰਦ ਸੱਚਮੁੱਚ ਤੁਸੀਂ ਉਸ ਇਕੱਲੇ ਨੇ ਆਪਣੀ ਜਾਨ ਦੇ ਕੇ ਪੂਰੀ ਸ੍ਰਿਸ਼ਟੀ ਨੂੰ ਧਰਮ ਦੇ ਰਾਹ ਨੂੰ ਵਿਖਾਇਆ। ਸੱਚਮੁੱਚ ਤੁਸੀਂ ਸਾਨੂੰ ਪਾਪੀਆਂ ਤੇ ਭੁੱਲੇ ਤੇ ਭਟਕਿਆਂ ਹੋਇਆਂ ਨੂੰ ਸੱਚਾਈ ਦਾ ਰਾਹ ਦੱਸਿਆ। ਖੁਦਾਵੰਦ ਜਦੋਂ ਅਸੀਂ ਸੰਸਾਰ ਵੱਲੋਂ ਗੁੰਗੇ ਬੋਲੇ ਤੇ ਬਹਿਰੇ ਹੋ ਕੇ ਬੈਠੇ ਸੀ ਪਿਤਾ, ਤੁਸੀਂ ਆਪਣੀ ਆਵਾਜ਼, ਆਪਣੇ ਵਚਨ, ਆਪਣੀ ਰੋਸ਼ਨੀ, ਆਪਣੇ ਗਿਆਨ ਨੂੰ ਸਾਡੇ ਤੇ ਪ੍ਰਗਟ ਕੀਤਾ। ਸਾਨੂੰ ਹਨੇਰੇ ਵਿੱਚ ਚੱਲਦਿਆਂ ਹੋਇਆਂ ਨੂੰ ਤੁਸੀਂ ਹੱਥ ਫੜ ਕੇ ਰੋਸ਼ਨੀ ਵੱਲ ਲੈ ਆਂਦਾ ਪਿਤਾ ਜੀ। ਸੱਚਮੁੱਚ ਤੁਸੀਂ ਮਰਨ ਵਾਲਿਆਂ ਨੂੰ ਸਾਨੂੰ ਜਿਉਂਦਿਆਂ ਦੀ ਧਰਤੀ ਤੇ ਲੈ ਆਏ। ਸੱਚਮੁੱਚ ਤੁਸੀਂ ਸਾਨੂੰ ਉਸ ਬਿਮਾਰੀਆਂ ਪਰੇਸ਼ਾਨੀਆਂ ਦੇ ਵਿੱਚੋਂ ਕੱਢ ਕੇ ਸਦਾ ਦੇ ਆਨੰਦ ਵਿੱਚ ਲੈ ਆਏ। ਖੁਦਾਵੰਦ ਸੱਚਮੁੱਚ ਖੁਦਾਵੰਦ, ਭਾਵੇਂ ਸਰੀਰ ਸਾਡੇ ਦੁੱਖ ਰੋਗ ਬਿਮਾਰੀਆਂ ਦੇ ਵਿੱਚ ਨੇ, ਪਰ ਸਾਡਾ ਆਤਮਾ ਤ੍ਰਿਪਤ ਆ। ਅਸੀਂ ਵਿਅਰਥ ਦੇ ਵਹਿਮਾਂ ਭਰਮਾਂ ਤੋਂ ਦੂਰ ਕੀਤੇ ਗਏ ਆ। ਅਸੀਂ ਆਪਣੀ ਨਿਕੰਮੇ ਚਾਲ ਚੱਲਣ ਦੇ ਕਰਕੇ ਪਿਤਾ, ਆਪਣੇ ਵੱਡੇ ਵਡੇਰਿਆਂ ਦੇ ਪਾਪ ਦੇ ਕਰਕੇ ਨਾਸ਼ ਹੁੰਦੇ ਜਾ ਰਹੇ ਸੀ। ਜੋ ਤੁਸੀਂ ਸ਼ਾਂਤੀ, ਜੋ ਆਰਾਮ ਸਾਨੂੰ ਦਿੱਤਾ ਹੋਇਆ, ਅਸੀਂ ਆਪਣੀਆਂ ਬਹੁਮੁੱਲੀਆਂ ਚੀਜ਼ਾਂ ਦੇ ਨਾਲ ਵੀ ਖਰੀਦ ਨਹੀਂ ਸੀ ਸਕਦੇ, ਪਰ ਤੁਸੀਂ ਆਪਣੇ ਬੇਸ਼ਕੀਮਤੀ ਬਦਨ ਅਤੇ ਲਹੂ ਦੇ ਨਾਲ ਸਾਨੂੰ ਇਸ ਜੀਵਨ ਦੇ ਵਿੱਚ ਲੈ ਕੇ ਆਂਦਾ ਪਿਤਾ, ਇਸ ਸ਼ਾਂਤੀ ਦੇ ਵਿੱਚ ਲੈ ਕੇ ਆਂਦਾ। ਖੁਦਾਵੰਦ ਆਪਣੇ ਗਹਿਰੇ ਭੇਤਾਂ ਨੂੰ ਸੱਚਮੁੱਚ ਤੁਸੀਂ ਸਾਡੇ ਤੇ ਪ੍ਰਗਟ ਕੀਤਾ ਪਿਤਾ ਪਰਮੇਸ਼ਰ, ਅਥਵਾ ਤੁਸੀਂ ਸੱਚਮੁੱਚ ਵਚਨ ਦੇ ਵਿੱਚ ਕਿਹਾ ਆ ਕਿ ਧੋਖੇਬਾਜ਼, ਹਰਾਮਕਾਰ, ਝੂਠੇ, ਵਿਭਚਾਰੀ ਅਤੇ ਪਾਪੀ ਲੋਕ ਸਵਰਗ ਦੇ ਅਧਿਕਾਰੀ ਨਾ ਹੋਣਗੇ, ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਇਸ ਪਾਪ ਦੇ ਵਿੱਚ ਪਈਏ ਤੇ ਨਰਕ ਵਿੱਚ ਸਿੱਟੇ ਜਾਈਏ। ਤੁਸੀਂ ਇਸ ਕਰਕੇ ਸਾਨੂੰ ਇਹ ਸਾਰੀਆਂ ਗੱਲਾਂ ਸਾਫ਼ ਕਰਕੇ ਦੱਸੀਆਂ ਤਾਂ ਜੋ ਅਸੀਂ ਬਚਾ ਰਹੇ ਜਾਈਏ ਪ੍ਰਭੂ ਜੀ। ਅਸੀਂ ਪਾਪ ਦੇ ਹੇਠਾਂ ਨਾ ਹੋਈਏ ਪਰ ਕਿਰਪਾ ਦੇ ਹੇਠਾਂ ਹੋਈਏ। ਅਸੀਂ ਸ਼ਰਾਪਿਤ ਨਾ ਹੋਈਏ ਪਰ ਆਸ਼ੀਸ਼ਿਤ ਕੀਤੇ ਜਾਈਏ। ਅਸੀਂ ਪੁਰਾਣੇ ਸੁਭਾਅ ਦੇ ਵਿੱਚ ਨਾ ਚੱਲੀਏ, ਅਸੀਂ ਮਸੀਹ ਦੇ ਵਿੱਚ ਨਵੇਂ ਸੁਭਾਅ ਨੂੰ ਪਾਈਏ। ਅਸੀਂ ਪੁਰਾਣੀ ਇਨਸਾਨੀਅਤ ਨੂੰ ਤਿਆਗ ਦਈਏ, ਅਸੀਂ ਲਾਲਚੀ, ਘਮੰਡੀ, ਈਰਖਾ ਨਾ ਕਰੀਏ। ਅਸੀਂ ਬਦੀ ਵਿੱਚ ਨਾ ਪਈਏ ਪਰ ਸੱਚਮੁੱਚ ਪਵਿੱਤਰ ਕੀਤੇ ਜਾਈਏ ਪਿਤਾ। ਅਸੀਂ ਧਰਮ ਦੇ ਰਾਹ ਤੇ ਚੱਲੀਏ ਤੇ ਨਵੀਂ ਪਵਿੱਤਰਤਾਈ ਦੀ ਸਿਰਜਣਾ ਕਰੀਏ। ਅਸੀਂ ਮਸੀਹੀ ਸੁਭਾਅ ਨੂੰ ਗ੍ਰਹਿਣ ਕਰੀਏ, ਮਸੀਹੀ ਨਾਂ ਨੂੰ ਗ੍ਰਹਿਣ ਕਰਨ ਵਾਲੇ ਨਾ ਹੋਈਏ। ਅਸੀਂ ਨਾਂ ਦੇ ਮਸੀਹੀ ਨਾ ਹੋਈਏ ਪਰ ਆਤਮਿਕ ਮਸੀਹੀ ਹੋਈਏ। ਖੁਦਾਵੰਦ, ਜਿੱਦਾਂ ਮਸੀਹ ਦੇ ਸ਼ਬਦ ਦਾ ਅਰਥ ਮਸੀਹਾ ਆ, ਅਸੀਂ ਵੀ ਦੁਖੀਆਂ, ਰੋਗਾਂ, ਬਿਮਾਰੀਆਂ, ਪਰੇਸ਼ਾਨੀਆਂ ਵਿੱਚ ਫਸੇ ਹੋਏ ਲੋਕਾਂ ਦੇ ਲਈ ਇੱਕ ਮਸੀਹੇ ਦੀ ਤਰ੍ਹਾਂ ਨਿਕਲੀਏ। ਖੁਦਾਵੰਦ, ਮਸੀਹਾ ਦਾ ਭਾਵ ਮਦਦ ਕਰਨ ਵਾਲਾ ਆ, ਔਰ ਅਸੀਂ ਵੀ ਮਦਦ ਕਰਨ ਵਾਲੇ ਹੋ ਜਾਈਏ ਪ੍ਰਭੂ ਜੀ। ਅਸੀਂ ਆਪਸ ਵਿੱਚ ਵੈਰ ਵਿਰੋਧ ਨਾ ਕਰੀਏ। ਸਾਡਾ ਗੁੱਸਾ ਅਜਿਹਾ ਨਾ ਹੋਵੇ ਕਿ ਰਿਸ਼ਤਿਆਂ ਨੂੰ ਤੋੜੇ ਅਤੇ ਧਰਤੀ ਦੇ ਉੱਤੇ ਵੈਰ ਪੈਦਾ ਕਰੇ। ਅਸੀਂ ਸ਼ੀਲ ਸੁਭਾਅ ਦੇ ਹੋਈਏ, ਸ਼ਾਂਤ, ਆਨੰਦਿਤ, ਧੀਰਜੀ ਅਤੇ ਦਇਆ ਕਰਨ ਵਾਲੇ ਹੋਈਏ ਪਿਤਾ ਪਰਮੇਸ਼ਰ। ਅਸੀਂ ਆਪਣੇ ਹੱਥਾਂ ਦੇ ਕੰਮਾਂ ਦੇ ਵਿੱਚ ਬਲੈਸਿੰਗ ਪਾਈਏ ਤੇ ਹੱਥ ਤੁਹਾਡੀ ਕਿਰਪਾ ਦੇ ਵਿੱਚ ਉਠਾਈਏ ਪਿਤਾ। ਅਸੀਂ ਪੁਰਾਣੀ ਇਨਸਾਨੀਅਤ ਨੂੰ ਛੱਡ ਦਈਏ ਤੇ ਖਾਲੀ ਭਾਂਡੇ ਦੀ ਤਰ੍ਹਾਂ ਤੁਹਾਡੀ ਹਜ਼ੂਰੀ 'ਚ ਬੈਠੀਏ। ਤੁਹਾਡੇ ਵਚਨਾਂ, ਤੁਹਾਡੇ ਸ਼ਬਦਾਂ, ਤੁਹਾਡੇ ਜੀਵਨ, ਤੁਹਾਡੇ ਕੰਮਾਂ ਦੇ ਨਾਲ ਆਪਣੇ ਉਸ ਬਰਤਨ ਨੂੰ ਭਰੀਏ ਪਿਤਾ ਜੀ। ਅਸੀਂ ਉਸ ਸਵਰਗ ਰਾਜ ਦੇ ਉੱਪਰਲੇ ਸੱਦੇ ਦੇ ਇਨਾਮ ਦੇ ਪਿੱਛੇ ਦੌੜਦੇ ਜਾਈਏ ਅਤੇ ਅਸੀਂ ਉਸ ਨੂੰ ਸੱਚਮੁੱਚ ਪ੍ਰਾਪਤ ਕਰ ਲਈਏ। ਬੇਸ਼ੱਕ ਅਸੀਂ ਸੰਸਾਰ ਵਿੱਚ ਦੁੱਖ ਪਾਈਏ ਪਰ ਸਾਡਾ ਸਵਰਗ ਦੇ ਵਿੱਚ ਵੱਡਾ ਆਨੰਦ ਅਤੇ ਵੱਡਾ ਹਾਸਾ ਹੋਵੇ। ਸਾਡੀ ਜ਼ਿੰਦਗੀ ਸ਼ਾਂਤ ਅਤੇ ਆਨੰਦਿਤ ਹੋਵੇ ਪਿਤਾ ਜੀ। ਅਸੀਂ ਵੈਰ ਵਿਰੋਧ ਤੋਂ ਦੂਰ ਕੀਤੇ ਜਾਈਏ। ਅਸੀਂ ਪੁਰਾਣੀ ਇਨਸਾਨੀਅਤ ਨੂੰ ਛੱਡ ਕੇ ਮਸੀਹ ਦੇ ਵਿੱਚ ਨਵੇਂ ਹੋ ਜਾਈਏ, ਕਿਉਂਕਿ ਸੱਚਮੁੱਚ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਵੇਖੋ ਸਾਰੀਆਂ ਗੱਲਾਂ ਬੀਤ ਚੁੱਕੀਆਂ, ਪੁਰਾਣੀਆਂ ਗੱਲਾਂ ਬੀਤ ਚੁੱਕੀਆਂ ਅਤੇ ਸਭ ਕੁਝ ਨਵਾਂ ਹੋ ਚੁੱਕਾ ਆ। ਸੱਚਮੁੱਚ ਅੱਜ ਤੋਂ ਸਾਡਾ ਸੁਭਾਅ, ਸਾਡਾ ਉੱਠਣਾ ਬੈਠਣਾ ਮਸੀਹ ਦੇ ਵਿੱਚ ਬਦਲ ਜਾਵੇ ਪਿਤਾ। ਅਸੀਂ ਪੁਰਾਣੀ ਗੱਲਾਂ ਨੂੰ, ਪੁਰਾਣੀ ਜ਼ਿੰਦਗੀ ਨੂੰ ਛੱਡ ਕੇ ਨਵੇਂ ਨਿਸ਼ਾਨੇ ਵੱਲ ਦੌੜੀਏ। ਅਗਾਹਾਂ ਨੂੰ ਵਧੀਏ, ਪਿਛਾਹਾਂ ਨੂੰ ਨਾ ਤੱਕੀਏ ਪਿਤਾ। ਸਾਡੇ ਕਦਮ ਪਿੱਛੇ ਨਾ ਮੁੜਨ। ਸੱਚਮੁੱਚ ਅਸੀਂ ਯਹੋਵਾ ਵਿੱਚ ਆਨੰਦਿਤ ਰਹੀਏ। ਸਾਡੇ ਪ੍ਰਾਣ ਤੁਹਾਡੇ ਵਿੱਚ ਮਗਨ ਰਹਿਣ। ਤੁਹਾਡੇ ਮੁਕਤੀ ਦੇ ਵਸਤਰ ਜੋ ਤੁਸੀਂ ਸਾਨੂੰ ਪਹਿਨਾਏ, ਅਸੀਂ ਇਹਨਾਂ ਨੂੰ ਪਵਿੱਤਰ, ਸ਼ੁੱਧ ਅਤੇ ਸਾਫ਼ ਰੱਖੀਏ।
ਆਤਮਾ ਦੇ ਵਸਤਰਾਂ ਨੂੰ ਮੈਲਿਆ ਨਾ ਕਰੀਏ ਪਿਤਾ ਜੀ। ਅਸੀਂ ਮਸੀਹ ਨੂੰ ਸੰਸਾਰਿਕ ਨਾ ਪਰ ਆਤਮਿਕ ਰਿਸ਼ਤੇ ਵਿੱਚ ਗ੍ਰਹਿਣ ਕਰੀਏ। ਅਸੀਂ ਇੱਕ ਸਵਾਰੇ ਹੋਏ ਲਾੜੇ ਦੀ ਤਰ੍ਹਾਂ ਤੇ ਸੁੰਦਰ ਲਾੜੀ ਦੀ ਤਰ੍ਹਾਂ ਬੈਠੀਏ ਪਿਤਾ ਪਰਮੇਸ਼ਰ। ਅਸੀਂ ਤੁਹਾਡੇ ਆਉਣ ਤੱਕ ਇਸੇ ਤਰ੍ਹਾਂ ਬੈਠੀਏ ਤਾਂ ਜੋ ਤੁਸੀਂ ਆਓ ਅਤੇ ਖੁਸ਼ੀ ਨਾਲ ਸਾਨੂੰ ਗੱਲ ਲਗਾਓ ਅਤੇ ਆਪਣੇ ਨਾਲ ਲੈ ਕੇ ਜਾਓ ਖੁਦਾਵੰਦ। ਜਿੰਨੇ ਵੀ ਭੈਣਾਂ ਭਾਈਆਂ ਨੇ ਅੱਜ ਇਹਨਾਂ ਵਚਨਾਂ ਨੂੰ ਸੁਣਿਆ ਪਿਤਾ, ਅੱਜ ਦੇ ਦਿਨ ਦੇ ਵਚਨ ਦੀ ਗਹਿਰਾਈ ਨੂੰ ਸਮਝ ਸਕਣ ਪਿਤਾ ਜੀ। ਤੁਹਾਡੇ ਦਿੱਤੇ ਦਾਨਾਂ ਵਰਦਾਨਾਂ ਨੂੰ ਇਹਨਾਂ ਦੇ ਉੱਤੇ ਪ੍ਰਗਟ ਕਰੋ ਪਿਤਾ, ਆਤਮਿਕ ਜ਼ਿੰਦਗੀ ਅਤੇ ਆਤਮਿਕ ਗਰੋਥ ਦੇ ਲਈ ਖੁਦਾਵੰਦ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੇਨ, ਆਮੇਨ, ਆਮੇਨ।